ਸਿੰਘ ਜੀ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗੰਗਾ ਦੇ ਕਿਨਾਰੇ ਪਹੁੰਚੇ। ਉੱਥੇ ਗੁਰੂ ਸਾਹਿਬ ਮਹਾਰਾਜ ਜੀ ਨੇ ਜੋ ਮਨ ਦੇ ਵਿੱਚ ਭਰਮ ਸੀ, ਉਸ ਭਰਮ ਨੂੰ ਮਿਟਾਉਂਦਿਆਂ ਹੋਇਆਂ ਅੰਦਰ ਦੀ ਸੁਚਮਤਾ ਕਿਸ ਤਰ੍ਹਾਂ ਬਣਾਉਣੀ ਹੈ ਔਰ ਬਾਹਰ ਦੇ ਜੋ ਵਿਤਕਰੇ ਨੇ, ਊਚ ਨੀਚਤਾ ਦੇ, ਇਹ ਕਿਸ ਤਰ੍ਹਾਂ ਖਤਮ ਕਰਨੇ ਨੇ, ਗੁਰੂ ਮਹਾਰਾਜ ਸਤਿਗੁਰੂ ਜੀ ਨੇ ਸਮਝਾਉਣਾ ਕੀਤਾ। ਇੱਥੋਂ ਫਿਰ ਗੁਰੂ ਮਹਾਰਾਜ ਜੀ ਜਮਨਾ ਦੇ ਕਿਨਾਰੇ 'ਤੇ ਪਹੁੰਚੇ ਹਨ। ਸਤਿਗੁਰੂ ਮਹਾਰਾਜ ਜੀ ਜਿਸ ਵੇਲੇ ਇਸ ਅਸਥਾਨ 'ਤੇ ਪਹੁੰਚੇ ਔਰ ਕਾਫੀ ਲੋਕ ਇੱਥੇ ਇਕੱਤਰ ਹਨ, ਉਸ ਪ੍ਰਸੰਗ ਦਾ ਜ਼ਿਕਰ ਕਵੀ ਜੀ ਕਰਦੇ ਨੇ। ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ ਜੀ। श्री नानक सब जान के तब रबाब बजवाए। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਜਿਸ ਵੇਲੇ ਇਸ ਅਸਥਾਨ 'ਤੇ ਆਏ ਨੇ, ਇਸ ਅਸਥਾਨ 'ਤੇ ਵੀ ਇੱਕ ਮੇਲਾ ਜਿਵੇਂ ਗੰਗਾ ਦੇ ਕਿਨਾਰੇ 'ਤੇ ਪਹੁੰਚੇ ਔਰ ਉੱਥੇ ਮੇਲਾ ਲੱਗਾ, ਲੋਕ ਸੂਰਜ ਨੂੰ ਪਾਣੀ ਦੇ ਰਹੇ। ਗੁਰੂ ਮਹਾਰਾਜ ਜੀ ਨੇ ਉੱਥੇ ਜੁਗਤੀ ਵਰਤ ਕੇ ਉਹਨਾਂ ਦੇ ਮਨ ਦਾ ਭਰਮ ਦੂਰ ਕੀਤਾ। ਜਦੋਂ ਮਹਾਰਾਜ ਜਮਨਾ ਦੇ ਕਿਨਾਰੇ ਆਏ, ਇੱਥੇ ਵੀ ਇੱਕ ਮੇਲਾ ਲੱਗਾ ਹੈ। तिह स्थान मेला थो पारी। ਕਵੀ ਜੀ ਆਖਦੇ ਨੇ ਕਿ ਤੈਂ ਸਥਾਨ, ਜਿਹੜੇ ਅਸਥਾਨ 'ਤੇ ਗੁਰੂ ਸਾਹਿਬ ਆਏ ਨੇ, ਮੇਲਾ ਥੋ ਭਾਰੀ, ਭਾਰੀ ਮੇਲਾ ਲੱਗਾ ਹੈ। पर लख्यों आए नर नारी। ਔਰ ਕਾਫੀ ਨਰ ਨਾਰੀ ਦੇ ਰੂਪ ਵਿੱਚ, ਇਸਤਰੀ ਪੁਰਸ਼ ਦੇ ਰੂਪ ਵਿੱਚ ਲੋਕ ਜਿਹੜੇ ਨੇ ਇਸ ਜਮਨਾ ਦੇ ਕਿਨਾਰੇ ਪਹੁੰਚੇ ਹੋਏ ਹਨ। ब्रह्मचारी बैरागी जति। ਇਹਨਾਂ ਲੋਕਾਂ ਤੋਂ ਇਲਾਵਾ ਬ੍ਰਹਮਚਾਰੀ ਵੀ ਆਏ ਨੇ, ਬੈਰਾਗੀ ਵੀ ਆਏ ਨੇ, ਆਪਣੇ ਆਪ ਨੂੰ ਜਤੀ ਕਹਾਉਣ ਵਾਲੇ ਵੀ ਆਏ ਹਨ बहुत वैष्णो दिस पट सती। ਔਰ ਜਤੀ ਸਤੀ ਵੀ, ਵੈਸ਼ਨੋ ਕਹਾਉਣ ਵਾਲੇ ਵੀ ਆਏ ਹੋਏ ਹਨ। तपी और सन्यासी आए। ਆਪਣੇ ਆਪ ਨੂੰ ਤਪੀ ਕਹਾਉਣ ਵਾਲੇ ਔਰ ਸੰਨਿਆਸੀ ਕਹਾਉਣ ਵਾਲੇ ਵੀ ਪਹੁੰਚੇ ਹੋਏ ਹਨ। ब्रिज बिखे नर पुंज सुहाए। ਔਰ ਜਿੰਨੇ ਵੀ ਨੇ ਇਹ ਸਾਰੇ ਦੇ ਸਾਰੇ ਹੀ ਜਮਨਾ ਦੇ ਤੱਟ ਤੇ ਸੁਭਾਈਮਾਨ ਨੇ, ਭਾਵ ਇਕੱਤਰ ਹੋਏ ਹੋਏ ਹਨ। श्री गुरु नानक अंतर जामी। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਭਨਾਂ ਦੇ ਦਿਲਾਂ ਦੀ ਜਾਣਨ ਵਾਲੇ, ਸਭਨਾਂ ਦੇ ਮਨ ਦੀ ਅਵਸਥਾ ਨੂੰ ਜਾਣਨ ਵਾਲੇ ਨੇ। ਅੰਤਰਜਾਮੀ ਦਾ ਭਾਵ ਅੰਦਰ ਦੀ ਅਵਸਥਾ ਨੂੰ ਜਾਣਨ ਵਾਲੇ। ਜਿੰਨੇ ਵੀ ਲੋਕ ਇੱਥੇ ਇਕੱਤਰ ਹੋਏ, ਭਾਵੇਂ ਬ੍ਰਹਮਚਾਰੀ ਦੇ ਰੂਪ ਵਿੱਚ, ਭਾਵੇਂ ਬੈਰਾਗੀ ਦੇ, ਜਤੀ ਸਤੀ ਸੰਨਿਆਸੀ ਦੇ ਰੂਪ ਵਿੱਚ, ਇਹ ਜਿੰਨੇ ਵੀ ਨੇ ਸਤਿਗੁਰੂ ਮਹਾਰਾਜ ਅੰਤਰਜਾਮੀ ਇਹਨਾਂ ਸਾਰਿਆਂ ਦੇ ਮਨ ਦੀ ਅਵਸਥਾ ਨੂੰ ਦੇਖ ਰਹੇ ਹਨ। सब कट की जानत पे स्वामी। ਸਤਿਗੁਰੂ ਜੀ ਘੱਟ ਕਹਿੰਦੇ ਹਿਰਦਾ, ਵੀ ਇਹਨਾਂ ਦੇ ਹਿਰਦੇ ਵਿੱਚ ਕੀ ਹੈ। ਇਹ ਬਾਹਰੋਂ ਜਿਹੜੇ ਧਰਮੀ ਬਣ ਕੇ ਬੈਠੇ ਨੇ, ਅਸਲ ਵਿੱਚ ਇਹਨਾਂ ਦੇ ਹਿਰਦੇ ਦੀ ਅਵਸਥਾ ਕੁਝ ਹੋਰ ਹੈ। अब बंधन के बांधे सब ही। ਇਹ ਸਾਰੇ ਹੀ ਜਿਹੜੇ ਨੇ ਅੰਦਰੋਂ ਬੰਧਨਾਂ ਵਿੱਚ ਬੰਧੇ ਹੋਏ ਨੇ, ਵਿਕਾਰਾਂ ਦੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਵਿੱਚ ਅੰਦਰੋਂ ਬੰਧੇ ਹੋਏ ਹਨ। छूटन होए न तन को कब ही। ਜਿਹੜਾ ਇਹ ਤਨ ਦੇ ਉੱਤੇ ਕਰਮ ਕਰ ਰਹੇ, ਭਾਵ ਤਨ ਦੇ ਤਲ ਤੇ ਕਰਮ ਕਰ ਰਹੇ ਨੇ, ਇਸ ਪ੍ਰਕਾਰ ਇਹਨਾਂ ਦੇ ਮਨ ਦੇ ਬੰਧਨ ਜਿਹੜੇ ਆ ਇਹ ਟੁੱਟਣੇ ਨਹੀਂ। ਮਨ ਦੇ ਬੰਧਨਾਂ ਤੋਂ ਛੁਟਕਾਰਾ ਇਸ ਤਰ੍ਹਾਂ ਨਹੀਂ ਹੋਏਗਾ ਜਿਵੇਂ ਇਹ ਧਰਮ ਜਿਹੜੇ ਇਹ ਕਰਮ ਕਰ ਰਹੇ ਨੇ ਤਨ ਦੇ ਤਲ ਤੇ। काम क्रोध लोभ अहंकारा। ਕਿਉਂਕਿ ਮਨ ਵਿੱਚ ਬੰਧਨ ਕਾਹਦਾ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ। ਹੁਣ ਬੰਧਨ ਮਨ ਨੂੰ ਹੈ, ਅਸੀਂ ਕਰਮ ਤਨ ਸਰੀਰ ਕਰਕੇ ਕਰ ਰਹੇ ਹਾਂ। ਜਾਂ ਇਸ ਤਰ੍ਹਾਂ ਕਹਿ ਲਵਾਂ ਕਿ ਬੇੜੀਆਂ ਪੈਰ ਦੇ ਵਿੱਚ ਪਈਆਂ ਹੋਣ ਤੇ ਮੈਂ ਹੱਥਾਂ ਨੂੰ ਖੋਲ੍ਹਣ ਦਾ ਯਤਨ ਕਰਾਂ, ਪਰ ਉਹ ਮੇਰਾ ਯਤਨ ਸਫਲ ਨਹੀਂ ਹੋਏਗਾ, ਕਿਉਂਕਿ ਬੇੜੀਆਂ ਤੇ ਪੈਰ ਨੂੰ ਪਈਆਂ ਨੇ। ਜੇ ਪੈਰਾਂ ਨੂੰ ਬੇੜੀਆਂ ਪਈਆਂ ਤੇ ਪੈਰਾਂ ਦੀਆਂ ਬੇੜੀਆਂ ਹੀ ਖੋਲ੍ਹਣੀਆਂ ਪੈਣੀਆਂ ਨੇ। ਬੰਧਨ ਸਰੀਰ ਨੂੰ ਨਹੀਂ ਹੈ, ਬੰਧਨ ਸਾਡੇ ਮਨ ਨੂੰ ਹੈ। ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨਾਂ ਵਿੱਚ ਹੈ। ਇਸ ਲਈ ਮਨ ਦੇ ਤਲ ਤੇ ਹੀ ਸਾਨੂੰ ਅਭਿਆਸ ਕਰਨਾ ਪੈਣਾ ਹੈ। ਇੱਥੇ ਜਿੰਨੇ ਵੀ ਨੇ ਇਹ ਸਭ ਜਿਹੜੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਸ ਹਨ। इन मह वरते अमोह गुबारा। ਔਰ ਮੋਹ, ਬਹੁਤ ਜ਼ਿਆਦਾ ਮੋਹ ਹੋਣ ਕਰਕੇ ਗੁਬਾਰ, ਗੁਬਾਰ ਦਾ ਅਰਥ ਹੁੰਦਾ ਹੈ ਅੰਧਕਾਰ। ਜਿੱਥੇ ਘੁੱਪ ਹਨੇਰਾ ਹੋਵੇ ਉਹਨੂੰ ਕਹਿੰਦੇ ਗੁਬਾਰ, ਬਿਲਕੁਲ ਘੁੱਪ ਹਨੇਰਾ, ਜਿੱਥੇ ਦਿਖਾਈ ਕੁਝ ਨਹੀਂ ਦਿੰਦਾ। ਇਹ ਤਨ ਕਰਕੇ ਬਾਹਰੋਂ ਤੇ ਦੇਖ ਰਿਹਾ, ਪਰ ਮਨ ਕਰਕੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ। ਜਾਂ ਇਸ ਤਰ੍ਹਾਂ ਕਹਿ ਲਵਾਂ ਕਿ ਜਿਹੜੇ ਇਹ ਕਰਮ ਕਰ ਰਹੇ ਨੇ, ਭਾਵੇਂ ਉਹ ਮਾੜੇ ਵੀ ਨੇ, ਪਰ ਇਹਨਾਂ ਨੂੰ ਮਾੜੇ ਕੰਮ ਵੀ ਚੰਗੇ ਲੱਗਦੇ ਆ। ਕਈ ਵਾਰੀ ਕੋਈ ਬੰਦਾ ਮਾੜਾ ਕੰਮ ਕਰੇ ਨਾ, ਤੇ ਉਹਨੂੰ ਕਹੋ ਵੀ ਤੂੰ ਮਾੜਾ ਕੀਤਾ, ਉਹ ਕਹਿੰਦਾ ਨਹੀਂ ਮੈਂ ਤੇ ਚੰਗਾ ਕੀਤਾ, ਕਿਉਂਕਿ ਉਹਨੂੰ ਮਾੜੇ ਕੰਮ ਵੀ ਚੰਗੇ ਲੱਗਦੇ ਆ। ਸਤਿਗੁਰੂ ਜੀ ਨੇ ਜਿਹੜਾ ਅੱਗੇ ਸ਼ਬਦ ਉਚਾਰਨਾ ਹੈ, ਉਹਦੇ ਵਿੱਚ ਇਹੀ ਲੱਛਣ ਬਿਆਨ ਕਰਨੇ ਆ ਕਿ ਕਲਯੁਗ ਦਾ ਲੱਛਣ ਕੀ ਹੈ। ਇੱਥੇ ਸਤਿਗੁਰੂ ਜੀ ਵੇਖ ਰਹੇ ਨੇ ਕਿ ਜਿੱਥੇ ਇਹਨਾਂ ਦੇ ਅੰਦਰ ਕਾਮ ਕ੍ਰੋਧ ਹੰਕਾਰ ਭਰਿਆ ਹੈ, ਉੱਥੇ ਮੋਹ ਦਾ ਗੁਬਾਰ ਵੀ ਬਹੁਤ ਜ਼ਿਆਦਾ ਹੈ। काम क्रोध लोभ अहंकारा। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਅੰਦਰ ਦੇ ਵਿਕਾਰ ਜਿਹੜੇ ਆ ਉਹ ਵੇਖ ਰਹੇ ਹਨ। मासुर में तर दंभ अनेका। ਔਰ ਇਹ ਬਾਹਰੋਂ ਜਿਹੜਾ ਇਹ ਦੰਭ ਦਾ ਅਰਥ ਹੁੰਦਾ ਹੈ ਪਖੰਡ, ਧਰ ਦਾ ਅਰਥ ਹੁੰਦਾ ਹੈ ਪਖੰਡ ਧਾਰ ਕੇ। ਇਹ ਬਾਹਰੋਂ ਸਰੀਰ ਦੇ ਉੱਤੇ ਧਰਮ ਦੇ ਨਾਮ ਤੇ ਜਿਹੜਾ ਇਹ ਪਖੰਡ ਧਰ ਕੇ ਬੈਠੇ ਹਨ। बात बनाए सुनाए अनेका। ਆਪਣੇ ਮੁਖ ਤੋਂ ਬੜੀਆਂ ਗੱਲਾਂ ਕਰ ਕਰਕੇ ਸੁਣਾ ਰਹੇ ਨੇ। ਦੇਖੋ, ਮੁਖ ਤੋਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ, ਗਿਆਨ ਦੀਆਂ ਗੱਲਾਂ ਕਰਨੀਆਂ ਵੀ ਬੜੀਆਂ ਸੌਖੀਆਂ ਨੇ, ਆਸਮਾਨ ਨੂੰ ਗੱਲਾਂ ਗੱਲਾਂ ਨਾਲ ਛੂਹਣਾ ਵੀ ਬੜਾ ਸੌਖਾ ਹੈ, ਪਰ ਉਸ ਆਧਾਰ ਦੇ ਉੱਤੇ ਜੀਵਨ ਬਣਾਉਣਾ ਬੜਾ ਔਖਾ ਹੈ। ਜਿੰਨੀਆਂ ਅਸੀਂ ਉੱਚੀਆਂ ਤੇ ਸੁੱਚੀਆਂ ਗੱਲਾਂ ਕਰਦੇ ਹਾਂ, ਅਸਲ ਵਿੱਚ ਅਧਿਆਤਮਕ ਜੀਵਨ ਉਨਾ ਸਾਡਾ ਉੱਚਾ ਤੇ ਸੁੱਚਾ ਨਹੀਂ ਹੁੰਦਾ। ਇਸ ਲਈ ਇਹ ਬਾਹਰੋਂ ਗੱਲਾਂ ਬਹੁਤ ਬਣਾਉਂਦੇ ਨੇ, ਔਰ ਬੜੀਆਂ ਗੱਲਾਂ ਬਣਾ ਕੇ ਜੋ ਅਡੰਬਰ ਰਚ ਕੇ ਬੈਠੇ ਆ, ਲੋਕਾਂ ਨੂੰ ਦਿਖਾ ਰਹੇ ਆ ਕਿ ਅਸੀਂ ਬੜੇ ਧਰਮੀ ਹਾਂ। लोभ लहर में गोते खावत। ਤੇ ਅੰਦਰੋਂ ਬਾਹਰੋਂ ਤਾਂ ਧਰਮ ਦੇ ਚਿੰਨ੍ਹ ਬਣਾ ਕੇ, ਬਾਹਰੋਂ ਧਰਮ ਦਾ ਅਡੰਬਰ ਰਚ ਕੇ, ਅੰਦਰ ਲੋਭ ਦੀਆਂ ਲਹਿਰਾਂ ਵਿੱਚ ਗੋਤੇ ਖਾ ਰਹੇ ਆ। ਭਾਵ ਅੰਦਰ ਲੋਭ ਇੰਨਾ ਜ਼ਿਆਦਾ, ਲਾਲਚ ਇੰਨਾ ਜ਼ਿਆਦਾ ਹੈ ਕਿ ਉਹਦੀਆਂ ਜਿਹੜੀਆਂ ਲਹਿਰਾਂ ਉੱਠਦੀਆਂ ਨੇ ਉਹਦੇ ਵਿੱਚ ਹੀ ਗੋਤੇ ਖਾ ਰਹੇ ਹਨ। बहु पखंड कर नरक दिखावत। ਕਹਿੰਦੇ ਪਖੰਡ ਕਰਕੇ ਦਿਖਾ ਰਹੇ ਨੇ ਕਿ ਆਹ ਨਰਕ ਹੈ, ਇਹ ਸਵਰਗ ਹੈ, ਗੱਲਾਂ ਹੀ ਗੱਲਾਂ ਵਿੱਚ, ਪਰ ਇਹ ਨਹੀਂ ਪਤਾ ਵੀ ਆਪ ਕਰੋ ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਫਸੇ ਆ। ਇਹਨਾਂ ਦੀ ਅਵਸਥਾ ਐਸੀ ਹੈ ਕਿ ਰਹਿਤ ਅਵਰ ਕਛ ਅਵਰ, ਅੰਦਰੋਂ ਇਹਨਾਂ ਦੀ ਰਹਿਤ ਕੁਝ ਹੋਰ ਹੈ, ਪਰ ਬਾਹਰੋਂ ਜਨਾਹ ਕੁਝ ਹੋਰ ਰਹੇ ਨੇ।
ਇਹ ਬਾਹਰੋਂ ਦਿਖਾ ਕੁਛ ਰਹੇ ਨੇ, ਅੰਦਰੋਂ ਹੈ ਕੁਛ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸਾਰਿਆਂ ਦੀ ਅਵਸਥਾ ਵੇਖ ਰਹੇ ਹਨ। ਸ੍ਰੀ ਨਾਨਕ ਸਭ ਜਾਣ ਕੇ ਤਬ ਰਬਾਬ ਬਜਵਾਏ। ਜਦੋਂ ਇਹਨਾਂ ਸਾਰਿਆਂ ਦੀ ਹਾਲਤ ਗੁਰੂ ਨਾਨਕ ਸਾਹਿਬ ਜੀ ਨੇ ਵੇਖੀ ਕਿ ਕੋਈ ਜਤੀ ਬਣ ਕੇ ਬੈਠਾ ਹੈ, ਕੋਈ ਸਤੀ ਬਣ ਕੇ ਬੈਠਾ ਹੈ, ਕੋਈ ਤਪੀ ਬਣ ਕੇ ਬੈਠਾ ਹੈ, ਕੋਈ ਬ੍ਰਹਮਚਾਰੀ ਬਣ ਕੇ ਬੈਠਾ ਹੈ, ਕੋਈ ਸੰਨਿਆਸੀ ਬਣ ਕੇ ਬੈਠਾ ਹੈ, ਇਹ ਸਾਰਿਆਂ ਦੇ ਅੰਦਰ ਦੀ ਜਦੋਂ ਹਾਲਤ ਵੇਖੀ ਕਿ ਬਾਹਰੋਂ ਅਡੰਬਰ ਰਚ ਕੇ ਲੋਕਾਂ ਨੂੰ ਧੋਖਾ ਦੇ ਰਹੇ ਨੇ, ਇਹਨਾਂ ਨੂੰ ਪਤਾ ਹੀ ਨਹੀਂ ਕਿ ਇਹਨਾਂ ਦੇ ਅੰਦਰ ਕਿੰਨੇ ਬੰਧਨ ਨੇ, ਇਹ ਦੂਸਰਿਆਂ ਦੇ ਬੰਧਨ ਕੱਟਣ ਨੂੰ ਉੱਚੀਆਂ ਉੱਚੀਆਂ ਗੱਲਾਂ ਕਰ ਰਹੇ ਆ। ਜਦੋਂ ਇਹਨਾਂ ਦੀ ਹਾਲਤ ਗੁਰੂ ਸਾਹਿਬ ਮਹਾਰਾਜ ਨੇ ਵੇਖੀ ਤੇ ਉਸ ਵੇਲੇ ਫਿਰ ਆਖਿਆ ਭਾਈ ਮਰਦਾਨਾ ਜੀ ਨੂੰ ਕਿ ਭਾਈ ਮਰਦਾਨਾ ਜੀ ਰਬਾਬ ਵਜਾਓ, ਸ਼ਬਦ ਗਾਇਨ ਕਰਨਾ ਹੈ ਔਰ ਇਹ ਸ਼ਬਦ ਇਹਨਾਂ ਲੋਕਾਂ ਨੂੰ ਸੁਣਾਉਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਅੰਦਰ ਦੀ ਅਵਸਥਾ ਨੂੰ ਜਾਣਦਿਆਂ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਲਈ ਆਖਿਆ ਹੈ। ਸ਼ਬਦ ਉਚਾਰਿਓ ਰਾਗ ਸੋ ਰਾਮ ਕਲੀ ਮਹਿ ਗਾਏ। ਰਾਮ ਕਲੀ ਰਾਗ ਦੇ ਵਿੱਚ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇੱਥੇ ਸ਼ਬਦ ਗਾਉਂਦੇ ਹਨ। ਰਾਮ ਕਲੀ ਮਹੱਲਾ ਪਹਿਲਾ, ਅਸ਼ਟਪਦੀਆਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਮ ਕਲੀ ਰਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਅਸ਼ਟਪਦੀਆਂ ਦੇ ਰੂਪ ਵਿੱਚ। ਅਸ਼ਟਪਦੀਆਂ ਦਾ ਮਤਲਬ ਹੁੰਦਾ 8 ਪਦੀਆਂ ਵਾਲਾ ਸ਼ਬਦ, ਚੌਪਦੇ ਦਾ ਮਤਲਬ 4 ਪਦੀਆਂ ਵਾਲਾ, ਦੋ ਪਦੇ ਦਾ ਮਤਲਬ 2 ਪਦੀਆਂ ਵਾਲਾ ਸ਼ਬਦ। ਇਹ ਅਸ਼ਟਪਦੀ 8 ਪਦੀਆਂ ਵਾਲਾ ਸ਼ਬਦ ਹੈ ਔਰ ਇਸ ਸ਼ਬਦ ਦਾ ਮਕਸਦ ਹੈ ਇੱਕ ਓੰਕਾਰ ਦੇ ਨਾਲ ਜੋੜਨਾ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨਾ। ਪਰ ਉਹ ਕਿਵੇਂ ਜੁੜਿਆ ਜਾਏਗਾ? ਸਤਿਗੁਰ ਪ੍ਰਸਾਦ, ਸੱਚੇ ਗਿਆਨ ਦੇ ਰਾਹੀਂ, ਸੱਚੇ ਗੁਰੂ ਦੇ ਦੁਆਰਾ। ਸੱਚੇ ਗੁਰੂ ਦਾ ਮਿਲਾਪ ਹੀ ਸਾਨੂੰ ਸੱਚਾ ਗਿਆਨ ਦਿਵਾਉਂਦਾ ਹੈ। ਇੱਕ ਅਕਾਲ ਪੁਰਖ ਦੀ ਸਮਝ ਸਤਿਗੁਰੂ ਦੇ ਰਾਹੀਂ ਆਉਂਦੀ ਹੈ। ਇਸ ਤਰ੍ਹਾਂ ਮਹਾਰਾਜ ਨੇ ਸ਼ਬਦ ਜਿਹੜਾ ਉਹ ਗਾਉਣਾ ਸ਼ੁਰੂ ਕੀਤਾ ਤੇ ਇਸ ਸ਼ਬਦ ਦਾ ਜੋ ਰਹਾਉ ਬੜਾ ਬੰਦ ਹੈ, ਰਹਾਉ ਵਾਲੀ ਪੰਕਤੀ ਹੈ। ਸ਼ਬਦ ਵਿੱਚ ਜੋ ਰਹਾਉ ਹੁੰਦਾ ਉਹਦਾ ਮਤਲਬ ਹੁੰਦਾ ਵਿਸ਼ਰਾਮ ਦੇਣਾ, ਰੁਕਣਾ। ਰੁਕਣ ਦਾ ਮਤਲਬ ਹੈ ਸਮਝ ਕੇ ਚੱਲਣਾ। ਜਿਵੇਂ ਅਸੀਂ ਰਾਹ ਵਿੱਚ ਜਾਂਦੇ ਹੋਈਏ ਤੇ ਰਸਤੇ 'ਚ ਲਿਖਿਆ ਹੁੰਦਾ ਠਹਿਰੋ, ਧਿਆਨ ਦੇ ਕੇ ਚੱਲੋ। ਇਸੇ ਤਰ੍ਹਾਂ ਰਹਾਉ ਦਾ ਮਤਲਬ ਹੈ ਠਹਿਰੋ, ਇਹਨੂੰ ਸਮਝ ਕੇ ਚੱਲੋਗੇ ਤੇ ਪੂਰਾ ਸ਼ਬਦ ਸਮਝ ਵਿੱਚ ਆ ਜਾਏਗਾ। ਆਪਾਂ ਸਮੇਂ ਦੇ ਅਨੁਸਾਰ ਸ਼ਬਦ ਦੀ ਵਿਚਾਰ ਨਹੀਂ, ਕੇਵਲ ਕੇਂਦਰੀ ਭਾਵ ਜੋ ਸ਼ਬਦ ਦਾ ਰਹਾਉ ਵਾਲੀ ਪੰਕਤੀ ਹੈ ਉਹਨੂੰ ਸਮਝ ਕੇ ਹੋਲੇ ਮਹੱਲੇ ਦੀ ਵਿਚਾਰ ਵੱਲ ਆਉਣਾ ਹੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਉਚਾਰਿਆ ਅਸ਼ਟਪਦੀ ਦੇ ਰੂਪ ਵਿੱਚ, ਇਹਦੇ ਅੰਦਰ ਜੋ ਰਹਾਉ ਵਾਲੀ ਪੰਕਤੀ ਹੈ ਉਹਨੂੰ ਸਮਝਣ ਦਾ ਯਤਨ ਕਰੀਏ। ਜੀਵਨ ਤਲਬ ਨਿਵਾਰ। ਸਤਿਗੁਰੂ ਮਹਾਰਾਜ ਨੇ ਆਖਿਆ ਜੀਵਨ ਤਲਬ ਨਿਵਾਰ। ਤਲਬ ਦਾ ਅਰਥ ਕਿਸੇ ਨੂੰ ਜਿਵੇਂ ਕਿਸੇ ਚੀਜ਼ ਦੀ ਤਲਬ ਲੱਗੀ ਹੋਵੇ, ਕੋਈ ਸਵਾਰਥ ਹੋਵੇ ਮਨ ਦੇ ਵਿੱਚ, ਉਹਨੂੰ ਪੂਰਾ ਕਰਨ ਦੀ ਤਲਬ ਹੋਵੇ, ਕੋਈ ਇੱਛਾ ਹੋਵੇ ਔਰ ਉਸ ਇੱਛਾ ਦੀ ਪੂਰਤੀ ਦੀ ਅੰਦਰ ਤਲਬ ਲੱਗੀ ਹੋਵੇ ਵੀ ਮੈਂ ਇਹ ਜਿੰਨਾ ਛੇਤੀ ਹੋਵੇ ਮੇਰਾ ਸਵਾਰਥ ਪੂਰਾ ਹੋ ਜਾਏ, ਮੇਰੀ ਇੱਛਾ ਪੂਰੀ ਹੋ ਜਾਏ। ਸਾਹਿਬ ਜੀ ਕਹਿੰਦੇ ਆ ਜਿਹੜੀ ਜੀਵਨ ਦੀ ਤਲਬ ਹੈ ਨਾ, ਇਹਨੂੰ ਨਿਵਾਰ, ਆਪਣੇ ਤੋਂ ਦੂਰ ਕਰੋ। ਕਿਹਨੂੰ ਕਹਿ ਰਹੇ ਆ ਜਿੰਨੇ ਵੀ ਬ੍ਰਹਮਚਾਰੀ, ਬੈਰਾਗੀ, ਜਤੀ, ਸੰਨਿਆਸੀ, ਵੈਸ਼ਨੋ, ਇਹ ਜਿੰਨੇ ਵੀ ਆਏ ਹੋਏ ਨੇ ਇਹਨਾਂ ਸਾਰਿਆਂ ਨੂੰ ਸੰਬੋਧਨ ਕਰਕੇ ਕਹਿ ਰਹੇ ਆ ਕਿ ਬਾਹਰੋਂ ਤਾਂ ਧਰਮੀ ਤੁਸੀਂ ਬਣ ਗਏ, ਗੱਲਾਂ ਵੀ ਤੁਸੀਂ ਉੱਚੀਆਂ ਕਰ ਦਿੱਤੀਆਂ, ਪਰ ਜਿਹੜੀ ਅੰਦਰ ਤਲਬ ਲੱਗੀ ਹੋਈ ਹੈ ਉਹਨੂੰ ਆਪਣੇ ਅੰਦਰੋਂ ਦੂਰ ਕਰੋ। ਨਿਰੀਆਂ ਗੱਲਾਂ ਨਾਲ ਗੱਲ ਨਹੀਂ ਬਣਨੀ, ਗੱਲੀ ਜੋਗ ਨਾ ਹੋਈ, ਗੱਲਾਂ ਨਾਲ ਜੋਗ ਨਹੀਂ ਬਣਨਾ। ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਭਰਿਆ ਹੋਵੇ ਤੇ ਮੈਂ ਆਪਣੇ ਮੁਖ ਤੋਂ ਸਬਰ ਤੇ ਸੰਤੋਖ ਦੀਆਂ ਗੱਲਾਂ ਕਰਾਂ, ਪਰ ਗੱਲਾਂ ਨਾਲ ਤੇ ਗੱਲ ਨਹੀਂ ਨਾ ਬਣਨੀ। ਸਬਰ ਤੇ ਸੰਤੋਖ ਦੀਆਂ ਗੱਲਾਂ ਨਾਲ ਨਹੀਂ ਗੱਲ ਬਣਨੀ, ਅੰਦਰ ਸਬਰ ਸੰਤੋਖ ਲਿਆਉਣਾ ਵੀ ਪੈਣਾ ਹੈ, ਬਣਾਉਣਾ ਵੀ ਪੈਣਾ ਹੈ। ਇਸ ਲਈ ਮਹਾਰਾਜ ਨੇ ਆਖਿਆ ਜਿਹੜੀ ਅੰਦਰ ਤੁਹਾਡੇ ਸਵਾਰਥ, ਤੁਹਾਡੇ ਅੰਦਰ ਜਿਹੜਾ ਬਣਿਆ ਨਾ, ਇਹਦੀ ਜਿਹੜੀ ਤਲਬ ਹੈ ਇਹਨੂੰ ਆਪਣੇ ਜੀਵਨ ਤੋਂ ਦੂਰ ਕਰੋ ਜੀ। ਹੋਵੇ ਪਰਵਾਣਾ ਕਰੇ ਧਿਆਣਾ ਕਲ ਲਖਣ ਵਿਚਾਰ। ਮਹਾਰਾਜ ਕਹਿੰਦੇ ਆ ਜਿਹੜਾ ਧਿਆਣਾ ਦਾ ਅਰਥ ਹੁੰਦਾ ਧੱਕਾ ਕਰਦੇ ਹੋ ਤੁਸੀਂ, ਜੋ ਇਹ ਨਰਕ ਤੇ ਸੁਰਗ ਦੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਡਰਾ ਰਹੇ ਹੋ, ਇਹਨਾਂ ਨੂੰ ਡਰਾ ਕੇ ਇਹਨਾਂ ਨਾਲ ਧੱਕਾ ਕਰ ਰਹੇ ਹੋ, ਇਹਨਾਂ ਨੂੰ ਤੁਸੀਂ ਲੁੱਟ ਰਹੇ ਹੋ, ਇਹਨਾਂ ਦੇ ਕੋਲੋਂ ਤੁਸੀਂ ਇਹਨਾਂ ਨੂੰ ਨਰਕ ਸੁਰਗ ਦਾ ਡਰਾਵਾ ਦੇ ਕੇ ਇਹਨਾਂ ਕੋਲੋਂ ਸਭ ਕੁਝ ਹਾਸਲ ਕਰ ਰਹੇ ਹੋ। ਔਰ ਜੋ ਤੁਸੀਂ ਧੱਕਾ ਕਰ ਰਹੇ ਹੋ, ਤੁਸੀਂ ਸੋਚਦੇ ਹੋ ਵੀ ਇਹ ਪਰਵਾਣਾ ਭਾਵ ਕਿ ਇਹੀ ਗੱਲ ਸਾਡੇ ਲਈ ਠੀਕ ਹੈ, ਇਹ ਤੁਹਾਨੂੰ ਠੀਕ ਲੱਗ ਰਹੀ ਹੈ। ਲੋਕਾਂ ਨਾਲ ਧੱਕਾ ਕਰਨਾ ਤੁਹਾਨੂੰ ਠੀਕ ਲੱਗ ਰਿਹਾ ਹੈ, ਲੋਕਾਂ ਦਾ ਹੱਕ ਖੋਣਾ, ਹੱਕ ਮਾਰਨਾ ਇਹ ਤੁਹਾਨੂੰ ਚੰਗਾ ਲੱਗ ਰਿਹਾ ਹੈ। ਮਾਰੇ ਕਹਿੰਦੇ ਇਹੀ ਤੇ ਲੱਛਣ ਹੈ ਕਲਯੁਗ ਦਾ। ਕਲਯੁਗ ਦਾ ਲੱਛਣ ਕੀ ਹੈ? ਬੰਦਾ ਬੁਰਾ ਕਰਕੇ ਵੀ ਕਹਿੰਦਾ ਮੈਂ ਚੰਗਾ ਕੀਤਾ ਹੈ, ਝੂਠ ਬੋਲ ਕੇ ਵੀ ਬੰਦਾ ਕਹਿੰਦਾ ਮੈਂ ਸੱਚ ਬੋਲਿਆ ਹੈ, ਜ਼ਹਿਰ ਪੀ ਕੇ ਵੀ ਬੰਦਾ ਕਹਿੰਦਾ ਮੈਂ ਤਾਂ ਅੰਮ੍ਰਿਤ ਪੀਂਦਾ ਹਾਂ, ਮਾੜੇ ਦੀ ਸੰਗਤ ਕਰਕੇ ਵੀ ਬੰਦਾ ਕਹਿੰਦਾ ਮੈਂ ਤਾਂ ਚੰਗਿਆਂ ਦਾ ਸੰਗ। ਇਹੀ ਤੇ ਕਲਯੁਗ ਦਾ ਲੱਛਣ ਹੈ ਕਿ ਕਲਯੁਗ ਦੇ ਵਿੱਚ ਬੰਦਾ ਮਾੜਾ ਕੰਮ ਕਰਕੇ ਵੀ ਚੰਗਾ ਹੀ ਦੱਸਦਾ ਵੀ ਮੈਂ ਚੰਗਾ ਕੀਤਾ, ਉਹ ਮਾੜੇ ਨੂੰ ਵੀ ਮਾੜਾ ਨਹੀਂ ਸਮਝਣ ਵਾਸਤੇ ਤਿਆਰ। ਇਸ ਲਈ ਸਾਹਿਬ ਕਹਿੰਦੇ ਇਹ ਜਿਹੜਾ ਤੁਹਾਡਾ ਕਰਮ ਹੈ ਨਾ, ਇਹ ਜਿਹੜਾ ਇਹ ਕਲਯੁਗ ਦਾ ਲੱਛਣ ਹੈ, ਭਾਵ ਤੁਹਾਡੇ ਅੰਦਰ ਕਲਯੁਗ ਵਰਤ ਰਿਹਾ ਹੈ। ਕਿਹੜੇ ਰੂਪ ਵਿੱਚ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੇ ਰੂਪ ਵਿੱਚ ਵਰਤ ਰਿਹਾ ਹੈ। ਇਹੀ ਤਾਂ ਸਾਡੇ ਕੋਲੋਂ ਬੁਰੇ ਕਰਮ ਕਰਾਉਂਦਾ ਹੈ। ਬਾਹਰੋਂ ਸਾਨੂੰ ਧਰਮੀ ਬਣਾ ਕੇ ਬਿਠਾਇਆ ਹੋਇਆ ਹੈ ਤੇ ਅੰਦਰ ਕਾਮ ਆਪਣੀ ਚਾਲ ਚੱਲ ਰਿਹਾ ਹੈ, ਕ੍ਰੋਧ ਆਪਣੀ, ਲੋਭ, ਮੋਹ, ਹੰਕਾਰ ਉਹ ਆਪਣੀਆਂ ਚਾਲਾਂ ਮਨ ਦੇ ਰਾਹੀਂ ਚੱਲ ਰਹੇ ਨੇ। ਪਰ ਬਾਹਰੋਂ ਦੇਖਾਂਗੇ ਤੇ ਬਾਹਰੋਂ ਧਰਮੀ, ਜਿਵੇਂ ਬਾਬਾ ਫਰੀਦ ਸਾਹਿਬ ਨੇ ਆਖਿਆ ਫਰੀਦਾ ਕਾਲੇ ਮਹਿੰਡੇ ਕੱਪੜੇ, ਕਾਲਾ ਮਹਿੰਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਲੋਕੀ ਦਰਵੇਸ਼ ਕਹਿੰਦੇ ਆ ਪਰ ਅੰਦਰ ਤੇ ਭਾਂਡਾ ਗੁਨਾਹਾਂ ਦੇ ਨਾਲ ਭਰਿਆ ਪਿਆ ਹੈ। ਇਸ ਲਈ ਇਹ ਪੂਰਾ ਸ਼ਬਦ ਜਿਹੜਾ 8 ਪਦੀਆਂ ਵਾਲਾ ਹੈ, ਇਹਨੂੰ ਜਿਵੇਂ ਅੱਗੇ ਸਮਾਂ ਬਣੇਗਾ ਵਿਚਾਰਨ ਦਾ ਯਤਨ ਕਰਾਂਗੇ। ਇਸ ਵਿਚਾਰ ਦੇ ਨਾਲ ਸਮੇਂ ਦੇ ਅਨੁਸਾਰ ਸਮੇਂ ਨੂੰ ਮੁੱਖ ਰੱਖਦੇ ਹਾਂ ਅੱਜ ਸੰਸਾਰ ਭਰ ਦੇ ਵਿੱਚ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਲਾ ਮਹੱਲਾ ਬੜੀ ਭਾਵਨਾ ਤੇ ਸ਼ਰਧਾ ਪਿਆਰ ਦੇ ਨਾਲ ਚੜ੍ਹਦੀ ਕਲਾਂ ਦੇ ਵਿੱਚ ਮਨਾਇਆ, ਕਿਉਂਕਿ ਇਹ ਹੋਲਾ ਮਹੱਲਾ ਚੜ੍ਹਦੀ ਕਲਾਂ ਦਾ ਪ੍ਰਤੀਕ ਹੈ। ਪੁਰਾਤਨ ਸਮੇਂ ਦੇ ਵਿੱਚ ਇਹ 7 ਦਿਨਾਂ ਦੇ ਲਈ ਮਨਾਇਆ ਜਾਂਦਾ ਸੀ, ਪਰ ਜਿਵੇਂ ਜਿਵੇਂ ਸਮਾਂ ਬਦਲਿਆ ਅੱਜ ਇਹ 3 ਦਿਨਾਂ ਦਾ ਜਿਹੜਾ ਇਹ ਹੋਲਾ ਮਹੱਲਾ ਰਹਿ ਗਿਆ। ਹੋਲੀ ਤੋਂ 1 ਦਿਨ ਪਹਿਲਾਂ ਤੇ ਹੋਲੀ ਤੋਂ 1 ਦਿਨ ਬਾਅਦ ਜਿਵੇਂ ਅੱਜ ਸਮਾਪਤੀ ਉੱਥੇ ਹੋਈ ਹੈ। ਤੀਸਰਾ ਦਿਨ ਜਦੋਂ ਅੱਜ ਜਿਵੇਂ ਹੋਲਾ ਮਹੱਲਾ ਹੈ, ਉੱਥੇ ਫਿਰ ਨਿਹੰਗ ਸਿੰਘਾਂ ਵੱਲੋਂ, ਉਹਨਾਂ ਦੀਆਂ ਜਥੇਬੰਦੀਆਂ ਵੱਲੋਂ ਮਹੱਲਾ ਜਿਹੜਾ ਉਹ ਕੱਢਿਆ ਜਾਂਦਾ ਹੈ, ਘੋੜ ਸਵਾਰੀ ਉਹਦੇ ਵਿੱਚ ਕਰਨੀ, ਸ਼ਸਤਰ ਜਿਹੜਾ ਅਭਿਆਸ ਕੀਤਾ ਉਹਦੇ ਜਿਹੜੇ ਜੌਹਰ ਨੇ ਉਹ ਦਿਖਾਉਣੇ। ਇਹ ਚੜ੍ਹਦੀ ਕਲਾਂ ਦਾ ਪ੍ਰਤੀਕ ਹੈ। ਸ਼ੁਰੂਆਤ ਆਪਾਂ ਹੋਲੀ ਤੋਂ ਕਰੀਏ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਹੋਲੀ ਦੀ ਵੀ ਗੱਲ ਕਰਕੇ ਸਮਝਾਇਆ। ਸਭ ਕਹਿੰਦੇ ਪਹਿਲੀ ਗੱਲ ਤੇ ਕੱਚੇ ਰੰਗਾਂ ਵਾਲੀ ਹੋਲੀ ਜੇ ਤੁਸੀਂ ਖੇਡੋਗੇ ਇਹਦੇ ਕਈ ਪ੍ਰਕਾਰ ਦੇ ਨੁਕਸਾਨ ਨੇ। ਜੇ ਖੇਡਣ ਦਾ ਚਾਹੋ ਹੈ ਨਾ ਤੇ ਫਿਰ ਨਾਮ ਦੇ ਰੰਗ ਦੀ ਹੋਲੀ ਖੇਡੋ। ਜਿਹੜੇ ਨਾਮ ਦੇ ਰੰਗ ਦੀ ਹੋਲੀ ਹੈ ਇਹ ਤੁਹਾਡੇ ਅੰਦਰ ਬੁਰਾਈਆਂ ਪੈਦਾ ਨਹੀਂ ਕਰੇਗੀ, ਇਹ ਸਗੋਂ ਤੁਹਾਡੇ ਅੰਦਰ ਦੀ ਬੁਰਾਈਆਂ ਨੂੰ ਖਤਮ ਕਰ ਦੇਗੀ। ਵੈਸੇ ਹੋਲੀ ਦਾ ਮਤਲਬ ਕਿ ਬੁਰਾਈ ਸੜ ਕੇ ਸਵਾਹ ਹੋ ਗਈ, ਚੰਗਿਆਈ ਬਚ ਗਈ, ਚੰਗਿਆਈ ਉਜਾਗਰ ਹੋ ਗਈ।
ਤੇ ਅੱਜ ਸਮੇਂ ਵਿੱਚ ਆਪਾਂ ਹੋਲੀ ਵੇਖਦੇ ਹਾਂ। ਅਕਾਲੀ ਦਾਸ ਨੇ ਇੱਕ ਦ੍ਰਿਸ਼ ਵੇਖਿਆ, ਸੜਕ ਦੇ ਉੱਤੇ ਨਸ਼ੇ ਵਿੱਚ ਧੁੱਤ ਬੰਦਾ, ਪਤਾ ਹੀ ਉਹਨੂੰ ਕੋਈ ਨਹੀਂ ਵੀ ਕਿੱਥੇ ਪਿਆ। ਚਾਰ ਬੰਦਿਆਂ ਨੇ, ਇੱਕ ਨੇ ਬਾਹਾਂ ਤੋਂ, ਦੋਵਾਂ ਨੇ ਲੱਤਾਂ ਤੋਂ ਪਕੜ ਕੇ ਸੜਕ ਤੋਂ ਇੱਕ ਕਿਨਾਰੇ ਦੇ ਉੱਤੇ ਰੱਖਿਆ। ਕੀ ਸਾਨੂੰ ਹੋਲੀ ਇਹ ਸਿਖਾਉਂਦੀ ਹੈ? ਅਸੀਂ ਨਸ਼ੇ ਕਰ ਲਏ ਜਾਂ ਨਸ਼ੇ ਕਰਕੇ ਅਸੀਂ ਦੇਖਿਆ ਹੀ ਨਹੀਂ ਵੀ ਕੌਣ ਬਜ਼ੁਰਗ ਹੈ, ਕੌਣ ਧੀ ਹੈ, ਭੈਣ ਹੈ, ਅਸੀਂ ਵੇਖਿਆ ਹੀ ਨਹੀਂ। ਸਾਡੇ ਅੰਦਰ ਜਿਹੜੀ ਸੁੱਧ ਬੁੱਧ ਸੀ ਉਹ ਵਿਸਰ ਹੀ ਗਈ। ਗੁਰਬਾਣੀ ਕਹਿੰਦੀ ਆ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਕਿੰਨਿਆਂ ਦੇ ਹੱਥ ਕੜੀਆਂ ਲੱਗੀਆਂ ਹੋਣਗੀਆਂ, ਕਿੰਨੇ ਨੇ ਕੁਕਰਮ ਕੀਤੇ ਹੋਣਗੇ, ਕਿੰਨਿਆਂ ਨੇ ਬੁਰਾਈ ਵਾਲੇ ਰਾਹ ਤੁਰਨਾ ਕੀਤਾ। ਇਸ ਲਈ ਮਹਾਰਾਜ ਨੇ ਆਖਿਆ, ਤੁਸੀਂ ਕਿੰਨਾ ਚੰਗਾ ਹੋਵੇ ਹੋਲੀ ਕੀਨੀ ਸੰਤ ਸੇਵ, ਜੇ ਤੁਸੀਂ ਗੁਰਮੁਖਾਂ ਦੀ ਸੇਵਾ ਵਿੱਚ ਜੁੜੋ, ਜੇ ਤੁਸੀਂ ਰੰਗ ਰਤੜੀਆਂ ਰੂਹਾਂ ਦੇ ਵਿੱਚ ਆਓ ਤੇ ਆ ਕੇ ਪਰਮੇਸ਼ਵਰ ਦੇ ਨਾਮ ਰੰਗ ਦੀ ਹੋਲੀ ਖੇਡੋ। ਕਿਉਂਕਿ ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਹੈ, ਰੰਗ ਇਹ ਗੁਰੂ ਸਾਹਿਬ ਨਾਲ ਖੇਡਣੀਆਂ ਗੁਰਮੁਖਾਂ ਦੀ ਸੰਗਤ ਵਿੱਚ, ਬਾਹਰ ਦੇ ਰੰਗਾਂ ਵਾਲੀ ਨਹੀਂ। ਸਤਿਗੁਰੂ ਮਹਾਰਾਜ ਨੇ ਆਖਿਆ ਵੀ ਆਹ ਰੰਗ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਆ ਵੀ ਲਾਲ ਰੰਗ ਹੈ, ਇਹ ਚੜ੍ਹਨਾ ਸਾਡੇ ਮਨ ਦੇ ਉੱਤੇ ਹੈ। ਜਦੋਂ ਮਨ ਉੱਤੇ ਇਹ ਨਾਮ ਦੀ ਲਾਲੀ ਆ ਜਾਏਗੀ ਤੇ ਇਸ ਨਾਮ ਦੀ ਲਾਲੀ ਤੁਹਾਡੇ ਚਿਹਰੇ ਤੇ ਆਪੇ ਹੀ ਆ ਜਾਣੀ ਆ। ਇਸ ਨਾਮ ਦੀ ਹੋਲੀ ਦੀ ਰੰਗਤ ਤੁਹਾਡੇ ਚਿਹਰੇ ਤੇ ਆਪੇ ਹੀ ਦਿਸਣ ਲੱਗ ਜਾਣੀਆਂ। ਇਸ ਲਈ ਉਹ ਰੰਗ ਆਪਣੇ ਚਾੜੋ। ਜਿਵੇਂ ਬੰਦਾ ਸਿੰਘ ਬਹਾਦਰ, ਜਦੋਂ ਇਹਦੇ ਬੱਚੇ ਦਾ ਕਲੇਜਾ ਇਹਦੇ ਮੂੰਹ ਵਿੱਚ ਭਰ ਕੇ ਪਾਇਆ ਤੇ ਉਹ ਲਹੂ ਸੀ ਨਾ ਭਿੱਜਿਆ ਹੋਇਆ ਲਾਲ ਰੰਗ, ਤੇ ਬੰਦਾ ਸਿੰਘ ਬਹਾਦਰ ਹੱਸ ਰਿਹਾ ਹੈ। ਉਹ ਕਹਿੰਦੇ ਚੰਗਾ ਤੂੰ ਬੰਦਾ ਹੈ, ਤੇਰੇ ਬੱਚੇ ਦਾ ਕਲੇਜਾ ਕੱਢ ਕੇ ਤੇਰੇ ਮੂੰਹ ਵਿੱਚ ਪਾ ਦਿੱਤਾ ਤੇ ਤੂੰ ਘਬਰਾਇਆ ਹੀ ਨਹੀਂ, ਡੁੱਲਿਆ ਹੀ ਨਹੀਂ, ਅੱਖ ਵਿੱਚ ਇੱਕ ਵੀ ਹੰਝੂ ਨਹੀਂ ਗਿਰਿਆ। ਉਹਨੇ ਆਖਿਆ ਇੱਕ ਰੰਗ ਮੇਰੇ ਗੁਰੂ ਨੇ ਲਾਇਆ ਸੀ ਔਰ ਇੱਕ ਰੰਗ ਤੁਸੀਂ ਲਾ ਦਿੱਤਾ ਤੇ ਦੋਵੇਂ ਰੰਗ ਲਾਲ ਨੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਜਿਹਦੇ ਭਾਗ ਵੱਡੇ ਸਾਨੂੰ ਨਹੀਂ ਰੰਗ ਲੱਗਦਾ, ਇਹ ਮੰਦ ਭਾਗੀਆਂ ਨੂੰ ਨਹੀਂ ਲੱਗਦਾ, ਕਰਮਹੀਣਾਂ ਨੂੰ ਇਹ ਰੰਗ ਨਹੀਂ ਲੱਗਦਾ, ਇਹ ਵੱਡੇ ਭਾਗਾਂ ਵਾਲਿਆਂ ਨੂੰ ਰੰਗ ਲੱਗਦਾ ਹੈ। ਤੇ ਜਦੋਂ ਲੱਗ ਜਾਏ ਮੈਲਾ ਕਦੇ ਨਾ ਹੋਵੇ ਹੀ ਨਾ ਲੱਗਿਆ ਦਾਗਾ, ਇਹ ਮੈਲਾ ਨਹੀਂ ਹੁੰਦਾ ਤੇ ਦਾਗ ਨਹੀਂ ਲੱਗਦਾ ਵਿਕਾਰਾਂ ਦਾ। ਉਹਨੇ ਆਖਿਆ ਇੱਕ ਰੰਗ ਗੁਰੂ ਗੋਬਿੰਦ ਸਿੰਘ ਜੀ ਨੇ ਲਾ ਕੇ ਮੈਨੂੰ ਨੰਦੇੜ ਦੀ ਧਰਤੀ ਤੋਂ ਭੇਜਿਆ, ਇੱਕ ਰੰਗ ਬਾਣੀ ਤੇ ਬਾਣੀ ਵਾਲਾ, ਤੇ ਇੱਕ ਰੰਗ ਤੁਸੀਂ ਲਾਤਾ। ਹੁਣ ਭਾਵੇਂ ਜਮੂਰਾਂ ਨਾਲ ਮਾਸ ਵੀ ਖਿੱਚ ਲਓ ਪਰ ਇਹ ਰੰਗ ਨਹੀਂ ਉਤਰਨਾ, ਕਿਉਂਕਿ ਗੁਰ ਟੁੱਟਿਆ ਹਰ ਰੰਗ ਚਾੜਿਆ, ਆਹ ਰੰਗ ਗੁਰੂ ਨੇ ਟੁੱਟ ਕੇ ਚਾੜਿਆ ਹੈ। ਜਦੋਂ ਬਾਣੀ ਨਾਲ ਅੰਦਰ ਅਸੀਂ ਬੇਦਾਗ ਹੋ ਜਾਵਾਂਗੇ, ਫਿਰ ਮਹਾਰਾਜ ਜੀ ਕਹਿੰਦੇ ਆ ਆਓ ਤੁਹਾਨੂੰ ਹੁਣ ਹੋਲਾ ਤੇ ਮਹੱਲਾ ਵੀ ਇੱਕ ਬਖਸ਼ ਦਈਏ, ਜਿਹੜਾ ਚੜ੍ਹਦੀ ਕਲਾਂ ਦਾ ਪ੍ਰਤੀਕ ਹੈ। ਇਹ ਸਾਨੂੰ ਗੁਲਾਮ ਨਹੀਂ ਰਹਿਣ ਦਿੰਦਾ, ਅਸਲ ਗੁਲਾਮੀ ਵਿੱਚੋਂ ਕੱਢਣ ਵਾਸਤੇ ਸੀ ਕਿ ਤੁਸੀਂ ਗੁਲਾਮ ਨਹੀਂ ਆਜ਼ਾਦ ਹੋ। ਕਿਉਂਕਿ 1699 ਦੀ ਵਿਸਾਖੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਇੱਕ ਫੌਜ ਤਿਆਰ ਕੀਤੀ ਹੈ, ਜਿਹਨੂੰ ਅਕਾਲ ਪੁਰਖ ਦੀ ਫੌਜ ਕਹਿੰਦੇ ਆ। ਤੇ ਮਹਾਰਾਜ ਕਹਿੰਦੇ ਅਕਾਲ ਪੁਰਖ ਦੀ ਫੌਜ ਉਹ ਹੈ ਜਿਹੜੀ ਅਕਾਲ ਅੱਗੇ ਹੀ ਝੁਕਦੀ ਆ, ਕਿਸੇ ਬੰਦੇ ਦੇ ਅੱਗੇ ਨਹੀਂ ਝੁਕਦੀ। ਅਕਾਲ ਪੁਰਖ ਦੀ ਫੌਜ ਕਿਸੇ ਰਾਜੇ ਮਹਾਰਾਜੇ ਕਿਸੇ ਬਾਦਸ਼ਾਹ ਦੇ ਅੱਗੇ ਨਹੀਂ ਝੁਕਦੀ, ਜੇ ਇਹਨੇ ਝੁਕਣਾ ਹੈ ਤੇ ਅਕਾਲ ਦੇ ਅੱਗੇ ਝੁਕਣਾ ਹੈ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। 1699 ਦੇ ਵਿੱਚ ਮਹਾਰਾਜ ਨੇ ਖਾਲਸਾ ਪੰਥ ਸਾਜਿਆ ਤੇ 1700 ਦੇ ਵਿੱਚ ਮਹਾਰਾਜ ਜੀ ਫਿਰ ਇਹ ਹੋਲਾ ਮਹੱਲਾ ਦਾ ਇਹ ਦਿਨ ਸਾਨੂੰ ਦੇ ਕੇ ਚੜ੍ਹਦੀ ਕਲਾ ਵਿੱਚ ਰਹਿਣਾ ਸਿਖਾਉਂਦੇ ਆ ਕਿ ਖਾਲਸਾ ਜੀ ਇਹ ਜਿਹੜਾ ਤੁਸੀਂ ਜੀਵਨ ਬਣਾਇਆ ਇਹ ਢੰਗੀ ਕਲਾ ਨਹੀਂ ਚੜ੍ਹਦੀ ਕਲਾ ਵਾਲਾ ਹੈ। ਲੋਹਗੜ੍ਹ ਹੋਲਗੜ੍ਹ, ਅਸੀਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਈਏ ਜਿੱਥੇ ਲੋਹਗੜ੍ਹ ਦੇ ਅਸਥਾਨ ਦੇ ਦਰਸ਼ਨ, ਉੱਥੇ ਹੋਲਗੜ੍ਹ ਦੇ ਵੀ ਅਸੀਂ ਦਰਸ਼ਨ ਦਿਦਾਰੇ ਕਰਦੇ ਹਾਂ। ਸਤਿਗੁਰੂ ਜੀ ਨੇ ਦੋ ਟੀਮਾਂ ਬਣਾਈਆਂ, ਇੱਕ ਨੂੰ ਕੇਸਰੀ ਬਾਣਾ ਗੁਰੂ ਸਾਹਿਬ ਜੀ ਨੇ ਪਹਿਨਾਇਆ ਔਰ ਇੱਕ ਨੂੰ ਮਹਾਰਾਜ ਨੇ ਨੀਲਾ ਬਾਣਾ ਪਹਿਨਾਇਆ। ਸਤਿਗੁਰੂ ਮਹਾਰਾਜ ਨੇ ਦੋ ਟੀਮਾਂ ਬਣਾ ਕੇ ਤੇ ਦੋਵਾਂ ਨੂੰ ਆਖਣਾ ਵੀ ਆਹ ਜਿਹੜਾ ਹੋਲਾ ਦਾ ਮਤਲਬ ਹਮਲਾ ਕਰਨਾ, ਮਹੱਲਾ ਦਾ ਮਤਲਬ ਹੈ ਉਹ ਅਸਥਾਨ ਜਿੱਥੇ ਤੁਸੀਂ ਹੱਲਾ ਬੋਲਣਾ ਹੈ। ਮਹਾਰਾਜ ਜੀ ਕਹਿੰਦੇ ਨੇ ਆਹ ਹੋਲਾ ਦਾ ਅਰਥ ਹੱਲਾ ਬੋਲਣਾ, ਮਹੱਲਾ ਉਹ ਅਸਥਾਨ ਜਿੱਥੇ ਜਾ ਕੇ ਤੁਸੀਂ ਇਹ ਜਿੱਤ ਪ੍ਰਾਪਤ ਕਰਨੀ ਹੈ। ਸਾਹਿਬ ਜੀ ਨੇ ਦੋ ਟੀਮਾਂ ਬਣਾਈਆਂ ਔਰ ਦੋਵਾਂ ਨੂੰ ਆਖਿਆ ਵੀ ਤੁਸੀਂ ਆਹ ਨਿਸ਼ਾਨਾ ਹੈ ਤੇ ਦੋਵਾਂ ਨੇ ਜਾ ਕੇ ਇੱਥੇ ਜਿੱਤ ਪ੍ਰਾਪਤ ਕਰਨੀ ਹੈ। ਬਨਾਵਟੀ ਸਤਿਗੁਰੂ ਨੇ ਆਖਿਆ ਵੀ ਤੁਸੀਂ ਲੜਾਈ ਆਪਸ ਵਿੱਚ ਲੜਨੀ, ਜਾਂ ਇਦਾਂ ਕਹਿ ਲਵਾਂ ਕਿ ਹੋਲਾ ਮਹੱਲਾ ਜੇ ਬਖਸ਼ਿਆ ਸੀ ਤਾਂ ਹੀ ਚਮਕੌਰ ਸਾਹਿਬ ਦੇ ਉਸ ਮੈਦਾਨ ਦੇ ਵਿੱਚ ਇੰਨਾ ਭਾਰੀ ਜੰਗ ਯੁੱਧ ਹੋਇਆ ਕਿ ਇੱਕ ਪਾਸੇ 40 ਸਿੰਘ ਨੇ ਤੇ ਇੱਕ ਪਾਸੇ ਲੱਖਾਂ ਦੀ ਗਿਣਤੀ ਹੈ। ਇਹ ਜੇ ਚੜ੍ਹਦੀ ਕਲਾਂ ਵਿੱਚ ਸ਼ਹੀਦੀਆਂ ਦੇ ਜਾਮ ਪੀਂਦੇ ਆ, ਇਹ ਉਸ ਹੋਲੇ ਮਹੱਲੇ ਦੀ ਹੀ ਦੇਣ ਹੈ। ਇਸ ਤੋਂ ਬਾਅਦ ਜਿੰਨੀਆਂ ਵੀ ਕੁਰਬਾਨੀਆਂ ਸ਼ਹੀਦੀਆਂ ਹੁੰਦੀਆਂ ਨੇ ਚੜ੍ਹਦੀ ਕਲਾਂ ਦੇ ਵਿੱਚ, ਸੱਚ ਜਾਣਿਓ ਜੇ ਹੋਲਾ ਮਹੱਲਾ ਸਾਡੀ ਜ਼ਿੰਦਗੀ 'ਚ ਹੈ ਤੇ ਤਾਂ ਹੀ ਚੜ੍ਹਦੀ ਕਲਾਂ 'ਚ ਸ਼ਹੀਦੀਆਂ ਪਾ ਸਕਦੇ ਹਾਂ। ਜੇ ਹੋਲਾ ਮਹੱਲਾ ਨਹੀਂ ਤੇ ਫਿਰ ਮਾਫ ਕਰਨਾ ਚੜ੍ਹਦੀ ਕਲਾਂ ਨਹੀਂ ਸਾਡੀ ਅੰਦਰ ਬਣ ਸਕਦੀ। ਅੱਜ ਜ਼ਰੂਰਤ ਹੈ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਉੱਤੇ ਗੇਮਾਂ ਖੇਡਦੇ ਹਾਂ ਤੇ ਵੇਖਦੇ ਹਾਂ ਕਿੰਨੀਆਂ ਤਰ੍ਹਾਂ ਦੀਆਂ ਗੇਮਾਂ ਨੇ ਜਿਹੜੀਆਂ ਸਾਡੇ ਬੱਚੇ ਸਿਰਫ ਮੋਬਾਈਲ ਤੱਕ ਹੀ ਟਿਕ ਕੇ ਰਹਿ ਗਏ। ਕੋਸ਼ਿਸ਼ ਕਰੀਏ ਆਪਣੇ ਬੱਚਿਆਂ ਨੂੰ ਅਸੀਂ ਉਹ ਖੇਡ ਜਿਹੜੀ ਆ ਉਹ ਖਿਡਾਈਏ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਆ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੇ ਅਕਾਲ ਪੁਰਖ ਦੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਗੱਤਕਾ ਜਿਹੜਾ ਇਹ ਖੇਡ ਆਪਣੀ ਜ਼ਿੰਦਗੀ 'ਚ ਜ਼ਰੂਰ ਲਿਆਓ। ਅੱਜ ਸਾਡੇ ਦੇਖਦੇ ਹਾਂ ਅਸੀਂ, ਪਰ ਜਿਹੜੇ ਜਦੋਂ ਚੜ੍ਹਦੀ ਕਲਾਂ ਵਾਲੇ ਦੇਖਦੇ ਹਾਂ ਤੇ ਫਿਰ ਮਨ ਖੁਸ਼ ਹੁੰਦਾ ਹੈ, ਪਰ ਜਦੋਂ ਅਸੀਂ ਹੋਰ ਬੱਚੇ ਤੇ ਬੱਚੀਆਂ ਨੂੰ ਵੇਖਦੇ ਹਾਂ ਸਿਰਫ ਮੋਬਾਈਲ ਤੱਕ ਹੀ ਸੀਮਤ ਜਿਹੜੇ ਰਹਿ ਗਏ, ਉਹਨਾਂ ਦੇ ਸਰੀਰ ਕਮਜ਼ੋਰ ਹੋ ਗਏ, ਅੱਖਾਂ ਕਮਜ਼ੋਰ ਹੋ ਗਈਆਂ, ਹੱਥ ਵੀ ਕਈਆਂ ਦੇ ਕੰਬਣ ਲੱਗ ਪਏ ਆ ਇਹਨਾਂ ਗੇਮਾਂ ਖੇਡ ਕੇ। ਉਹ ਅੱਗੋਂ ਕੀ ਲੜਨਗੇ? ਉਹ ਆਪਣੀ ਹਿਫਾਜ਼ਤ ਤੇ ਦੂਜਿਆਂ ਦੀ ਹਿਫਾਜ਼ਤ ਕਿਵੇਂ ਕਰਨਗੇ ਜਿਹਦੇ ਆਪਣੇ ਹੀ ਹੱਥ ਕੰਬਣ ਲੱਗ ਪਏ? ਸਤਿਗੁਰੂ ਮਹਾਰਾਜ ਨੇ ਸਾਨੂੰ ਇਹ ਖੇਡ ਦਿੱਤੀ ਆ ਅੱਜ ਜਿਹੜੀ ਅਸੀਂ ਗੱਤਕਾ ਖੇਡਦੇ ਹਾਂ। ਔਰ ਜ਼ਰੂਰੀ ਹੈ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੇ ਵੀਰ ਸਾਡੇ ਬੱਚੇ ਆਹ ਵਾਲੀ ਖੇਡ ਜ਼ਰੂਰ ਤੁਸੀਂ ਜਿਹੜੀ ਆ ਉਹ ਖੇਡਿਆ ਕਰੋ ਔਰ ਸਿੱਖੋ। ਇਹਦੇ ਨਾਲ ਤੁਹਾਡਾ ਮਨ ਵੀ ਤੰਦਰੁਸਤ ਰਹੇਗਾ ਤੇ ਤਨ ਵੀ ਤੰਦਰੁਸਤ ਰਹੇਗਾ। ਇਹਦੇ ਨਾਲ ਮਨ ਕਰਕੇ ਵੀ ਚੜ੍ਹਦੀ ਕਲਾਂ 'ਚ ਰਵਾਂਗੇ ਤੇ ਤਨ ਕਰਕੇ ਵੀ ਅਸੀਂ ਚੜ੍ਹਦੀ ਕਲਾਂ 'ਚ ਰਵਾਂਗੇ। ਮਹਾਰਾਜ ਨੇ ਦੋ ਟੀਮਾਂ ਨੂੰ ਆਖਣਾ ਵੀ ਆਹ ਹੈ ਹੋਲਗੜ੍ਹ ਤੇ ਆਪਾਂ ਇੱਥੇ ਨਿਸ਼ਾਨਾ ਜਿਹੜਾ ਮਿੱਥ ਕੇ ਇੱਕ ਦੂਜੇ ਨਾਲ ਬਨਾਵਟੀ ਜੰਗ ਜਿਹੜੀ ਆ ਉਹ ਕਰਨੀ ਹੈ ਤੇ ਜਿਹੜਾ ਜਿੱਤੇਗਾ ਉਹਨੂੰ ਗੁਰੂ ਮਹਾਰਾਜ ਕਹਿੰਦੇ ਇਨਾਮ ਦਿੱਤੇ। ਇਹ ਉਤਸ਼ਾਹ ਭਰਨਾ ਸੀ। ਅਸੀਂ ਦੇਖੋ ਨਾਲ ਨਾਲ ਬੇਨਤੀ ਕਰਕੇ ਚੱਲਾਂ, ਆਪਣੇ ਬੱਚਿਆਂ ਵਿੱਚ ਉਤਸ਼ਾਹ ਪੈਦਾ ਕਰੋ। ਉਹਨਾਂ ਨੂੰ ਕਹੋ ਵੀ ਜੇ ਤੂੰ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਏਂਗਾ ਤੇ ਤੈਨੂੰ ਆਹ ਚੀਜ਼ ਲੈ ਕੇ ਦੇਵਾਂਗੇ। ਔਰ ਬਚਪਨ ਤੋਂ ਹੀ ਇਹ ਸ਼ੁਰੂ ਕਰੋ। ਜੇ ਅੱਜ ਬਾਬਾ ਫਰੀਦ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬੈਠੇ ਨੇ, ਪਰ ਉਹ ਦੇਣ ਕਿਹਦੀ ਹੈ? ਉਹ ਬਾਬਾ ਫਰੀਦ ਸਾਹਿਬ ਜੀ ਦੀ ਮਾਤਾ ਜੀ ਦੀ ਦੇਣ ਹੈ। ਜਦੋਂ ਬਾਬਾ ਫਰੀਦ ਸਾਹਿਬ ਨੂੰ ਕਹਿਣਾ ਵੀ ਖੁਦਾ ਨੂੰ ਚੇਤੇ ਕਰ ਤੇ ਆਖਣਾ ਵੀ ਮਾਂ ਮੈਨੂੰ ਕੀ ਦੇਗਾ ਉਹ ਖੁਦਾ, ਮੈਨੂੰ ਰੱਬ ਕੀ ਦੇਗਾ ਜੇ ਮੈਂ ਉਹਨੂੰ ਚੇਤੇ ਕਰਾਂ? ਕਹਿਣ ਲੱਗੇ ਪੁੱਤ ਤੈਨੂੰ ਕੀ ਚੰਗਾ ਲੱਗਦਾ ਹੈ? ਕਹਿੰਦੇ ਮਾਂ ਮੈਨੂੰ ਸ਼ੱਕਰ ਬੜੀ ਸਵਾਦ ਲੱਗਦੀ ਹੈ, ਮੈਨੂੰ ਸ਼ੱਕਰ ਬੜੀ ਚੰਗੀ ਲੱਗਦੀ ਹੈ। ਕਹਿੰਦੇ ਚੱਲ ਫਿਰ ਤੂੰ ਉਹਨੂੰ ਯਾਦ ਕਰ, ਜਦੋਂ ਯਾਦ ਕਰੇਂਗਾ ਤੈਨੂੰ ਸ਼ੱਕਰ ਮਿਲ ਜਾਇਆ ਕਰੇਗੀ। ਉਹ ਇੱਕ ਜੋੜਨ ਦਾ ਤਰੀਕਾ ਸੀ। ਕਹਿੰਦੇ ਨੇ ਰੋਜ਼ ਰੱਬ ਨੂੰ ਚੇਤੇ ਕਰਨਾ ਤੇ ਸ਼ੱਕਰ ਮਿਲ ਜਾਣੀ। ਇੱਕ ਦਿਨ ਨਾਮ ਹੀ ਉਹਨਾਂ ਦਾ ਸ਼ੱਕਰ ਗੰਜ ਪੈ ਗਿਆ, ਪਰ ਇੱਕ ਦਿਨ ਕਹਿੰਦੇ ਨੇ ਉਸ ਸ਼ੱਕਰ ਦੇ ਸਵਾਦ ਵਿੱਚੋਂ ਨਿਕਲ ਕੇ ਪਰਮੇਸ਼ਵਰ ਦੇ ਨਾਮ ਦਾ ਸਵਾਦ ਮਿਲਿਆ। ਉਸ ਦਿਨ ਕਹਿੰਦੇ ਆ ਸ਼ੱਕਰ ਤਾਂ ਛੱਡੋ ਸ਼ਾਇਦ ਵੀ ਫਿੱਕਾ ਲੱਗਦਾ ਹੈ। ਉਸ ਦਿਨ ਕਹਿੰਦੇ ਆ ਅਖੰਡ ਸ਼ੱਕਰ ਜਿੰਨੇ ਵੀ ਮਿੱਠੇ ਪਦਾਰਥ ਨੇ
ਇਹ ਸਾਰੇ ਹੀ ਫਿੱਕੇ ਨੇ। ਹੁਣ ਤਾਂ ਇੱਕੋ ਹੀ ਮਿੱਠਾ ਲੱਗਦਾ, ਰੱਬ ਦਾ ਨਾਮ ਇੰਨਾ ਮਿੱਠਾ ਲੱਗਾ ਕਿ ਅੱਜ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਆ ਬਾਬਾ ਫਰੀਦ ਸਾਹਿਬ। ਉਹਨਾਂ ਆਖਿਆ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾਂ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਕਹਿੰਦੇ ਸਾਰੀਆਂ ਹੀ ਮਿੱਠੀਆਂ ਨੇ, ਪਰ ਜਿੱਥੇ ਅੱਜ ਮੈਂ ਪਹੁੰਚ ਗਿਆ ਨਾ ਉੱਥੇ ਰੱਬ ਨਾ ਪੂਜਣ ਤੁਧ, ਉੱਥੇ ਰੱਬ ਦੇ ਨਾਮ ਦੀ ਮਿਠਾਸ ਦੇ ਬਰਾਬਰ ਹੋਰ ਕੋਈ ਵੀ ਪੁੱਜ ਨਹੀਂ ਸਕਦਾ। ਇਸ ਲਈ ਸਾਨੂੰ ਬਾਣੀ ਤੇ ਬਾਣੀ ਦੇ ਰੰਗ ਵਿੱਚ ਰੰਗਣਾ ਪੈਣਾ ਹੈ। ਗੁਰੂ ਸਾਹਿਬ ਨੇ ਆਖਿਆ ਵੀ ਦੋ ਟੀਮਾਂ, ਇੱਕ ਕੇਸਰੀ ਬਣਾ ਤੇ ਇੱਕ ਨੀਲਾ ਬਣਾ। ਦੋਵਾਂ ਨੂੰ ਸਤਿਗੁਰੂ ਮਹਾਰਾਜ ਨੇ ਕਹਿਣਾ ਵੀ ਉਹ ਨਿਸ਼ਾਨਾ ਹੈ ਤੁਹਾਡਾ ਜਿੱਥੇ ਤੁਸੀਂ ਹੱਲਾ ਬੋਲਣਾ ਹੈ, ਜਿੱਥੇ ਜਗ੍ਹਾ ਨੂੰ ਤੁਸੀਂ ਜਿੱਤਣਾ ਹੈ, ਜਿੱਥੇ ਜਾ ਕੇ ਤੁਸੀਂ ਆਪਣਾ ਨਿਸ਼ਾਨ ਕੱਢਣਾ ਹੈ। ਤੇ ਜਿਹੜੀ ਟੀਮ ਫਿਰ ਉੱਥੇ ਕਹਿੰਦੇ ਜਿੱਤਦੀ ਸੀ, ਕੇਸਰੀ ਬਣਾ ਤੇ ਨੀਲਾ ਬਣਾ ਦੋਵਾਂ ਟੀਮਾਂ, ਤੇ ਜਿਹਨੇ ਜਾ ਕੇ ਜਿੱਤਣਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਬੜੇ ਭਾਰੀ ਇਨਾਮ ਦੇਣੇ। ਗੁਰੂ ਸਾਹਿਬ ਨੇ ਉਹਨਾਂ ਨੂੰ ਹੋਰ ਚੜ੍ਹਦੀ ਕਲਾਂ ਦੇ ਵਿੱਚ ਰਹਿਣ ਲਈ, ਉਹਨਾਂ ਦੇ ਉਤਸ਼ਾਹ ਨੂੰ ਵਧਾਉਣ ਵਾਸਤੇ ਉਹਨਾਂ ਨੂੰ ਕਈ ਪ੍ਰਕਾਰ ਦੇ ਇਨਾਮ ਦੇ ਕੇ ਨਿਵਾਜਣਾ। ਤੇ ਜਿਹੜੀ ਟੀਮ ਰਹਿ ਜਾਣੀ ਉਹਨਾਂ ਨੇ ਆਖਣਾ ਮਹਾਰਾਜ ਚਿੰਤਾ ਨਾ ਕਰੋ, ਅਸੀਂ ਅਗਲੀ ਵਾਰੀ ਜਿੱਤ ਕੇ ਦਿਖਾਵਾਂਗੇ। 1700 ਸਨ ਵਿੱਚ ਧਿਆਨ ਰੱਖਿਓ 1699 ਦੀ ਵਿਸਾਖੀ ਵਿੱਚ ਗੁਰੂ ਸਾਹਿਬ ਨੇ ਖੰਡੇ ਦੀ ਪੌਲ ਦੇ ਕੇ 5 ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਸਾਜਿਆ, ਔਰ ਇਹਦੇ ਵਿੱਚ ਚੜ੍ਹਦੀ ਕਲਾਂ ਜਿਹੜੀ ਸੀ ਉਹ ਰਹਿਣ ਵਾਸਤੇ ਗੁਰੂ ਮਹਾਰਾਜ ਨੇ ਹੋਲਾ ਤੇ ਮਹੱਲਾ ਬਖਸ਼ ਦਿੱਤਾ ਕਿ ਤੁਸੀਂ ਇੱਕ ਨਿਸ਼ਾਨਾ ਮਿੱਥ ਕੇ ਇਹ ਵੀ ਧਿਆਨ ਰੱਖਿਓ ਕਿ ਜ਼ਰੂਰੀ ਨਹੀਂ ਕਿ ਹਮਲੇ ਬਾਹਰੋਂ ਹੀ ਕਰਨੇ ਆ। ਮਹਾਰਾਜ ਕਹਿੰਦੇ ਖਾਲਸਾ ਸੋਏ ਜੋ ਚੜ੍ਹੇ ਤੁਰੰਗ, ਖਾਲਸਾ ਹੋਵੇ ਜਿਹੜਾ ਨਿਤ ਤੁਰੰਗ ਦਾ ਅਰਥ ਹੈ ਘੋੜਾ, ਘੋੜੇ ਤੇ ਤਿਆਰ ਹੋ ਕੇ ਚੜ੍ਹਿਆ ਰਵੇ। ਅਸੀਂ ਅੰਦਰੋਂ ਤਿਆਰ ਰਹਿਣਾ ਹਰ ਵੇਲੇ, ਕਿਉਂਕਿ ਦੁਸ਼ਮਣ ਅੰਦਰੋਂ ਵੀ ਹਮਲਾ ਕਰ ਰਿਹਾ ਹੈ। ਅੱਜ ਤੇ ਸਾਡੀ ਹਾਲਤ ਇਦਾਂ ਦੀ ਹੋ ਚੁੱਕੀ ਹੈ ਕਿਉਂਕਿ ਅਸੀਂ ਬਾਣੀ ਵਿੱਚ ਵੀ ਕਮਜ਼ੋਰ, ਅਸੀਂ ਬਾਣੀ ਦੇ ਵਿੱਚ ਵੀ ਕਮਜ਼ੋਰ। ਜਿਹੜਾ ਬਾਣਾ ਸਾਨੂੰ ਗੁਰੂ ਮਹਾਰਾਜ ਨੇ ਦਿੱਤਾ ਸੀ 5 ਕਕਾਰਾਂ ਵਾਲਾ, ਇਹ 5 ਕਕਾਰਾਂ ਵਾਲਾ ਬਾਣਾ ਸਾਡਾ ਇੱਕ ਬਨਾਵਟੀ ਬਣ ਕੇ ਰਹਿ ਗਿਆ। ਕੜਾ ਅਸੀਂ ਮਾਹੌਲ ਵੇਖ ਕੇ ਪਾ ਲੈਂਦੇ ਹਾਂ। ਜੇ ਤਾਂ ਕਿਤੇ ਰਿਸ਼ਤੇਦਾਰੀ ਬਰਾਦਰੀ ਦੇ ਜਾਣਾ ਹੋਵੇ ਤੇ ਬੰਦਾ ਕਹਿੰਦਾ ਕੜਾ ਲਾ ਦਿਓ ਤੇ ਸੋਨੇ ਦਾ ਪਾ ਕੇ ਚੱਲਦੇ ਹਾਂ। ਜੇ ਕਿਤੇ ਅਸੀਂ ਉਹ ਜਿੱਦਾਂ ਦਾ ਮਾਹੌਲ ਹੋਵੇ ਉਦਾਂ ਦਾ ਹੀ ਕੜਾ ਪਾ ਕੇ ਅਸੀਂ ਚੱਲਦੇ ਹਾਂ। ਪਰ ਗੁਰੂ ਸਾਹਿਬ ਨੇ ਨਹੀਂ ਸੀ ਆਖਿਆ ਕਿ ਤੂੰ ਆਹ ਗੁਰੂ ਦੀ ਬਖਸ਼ਿਸ਼ ਵਾਲਾ ਕੜਾ ਉਤਾਰ ਕੇ ਫਿਰ ਸੋਨੇ ਤੇ ਚਾਂਦੀ ਦੀ ਚਮਕ ਵਿੱਚ ਫਸ ਜਾਈਂ। ਉਹ ਤਾਂ ਮਹਾਰਾਜ ਨੇ ਸਾਨੂੰ ਮਿੱਟੀ ਦੇ ਸਮਾਨ ਆਖਿਆ ਸੀ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨਈ ਔਰ ਭੈ ਨਹੀਂ ਜਾਗੈ ਕੰਚਨ ਮਾਟੀ ਮੰਨੈ। ਅਸੀਂ ਫਿਰ ਉਸੇ ਜਲ ਵਿੱਚ। ਫਿਰ ਮਹਾਰਾਜ ਨੇ ਆਖਿਆ ਵੀ ਕੇਸਾਂ ਵਿੱਚ ਕੰਗਾ ਰੱਖੋ, ਪਰ ਸਾਨੂੰ ਆਖਿਆ ਵੀ ਕੇਸਾਂ ਵਿੱਚ ਰੱਖਣ ਦੀ ਲੋੜ ਨਹੀਂ, ਤੂੰ ਸ੍ਰੀ ਸਾਹਿਬ ਦੇ ਨਾਲ ਹੀ ਬੰਨ ਲਿਆ ਕਰ। ਬੰਦਾ ਕਹਿੰਦਾ ਕੰਮ ਹੀ ਬੜਾ ਸੌਖਾ ਹੈ ਵੀ ਸ੍ਰੀ ਸਾਹਿਬ ਦੇ ਨਾਲ ਇੱਕ ਛੋਟਾ ਜਿਹਾ ਲਿਆ ਕੇ ਜਿਹੜਾ ਕੇਸਾਂ ਵਿੱਚ ਵੀ ਨਾ ਫਿਰਦਾ ਹੋਵੇ, ਉਹ ਛੋਟਾ ਜਿਹਾ ਲਿਆ ਕੇ ਉਹਦੇ ਵਿੱਚੋਂ ਧਾਗੇ ਦੀ ਇੱਕ ਜਿੰਨੀ ਮੋਰੀ ਰੱਖ ਕੇ ਤੇ ਅਸੀਂ ਉਹ ਨਾਲ ਸ੍ਰੀ ਸਾਹਿਬ ਦੇ ਬੰਨ ਲਿਆ। ਕੰਮ ਹੀ ਬੜਾ ਸੌਖਾ ਹੈ। ਫਿਰ ਸ੍ਰੀ ਸਾਹਿਬ ਦੀ ਮਹਾਰਾਜ ਨੇ ਸਾਨੂੰ ਜਿਹੜੀ ਬਖਸ਼ੀ ਉਹਦਾ ਵੀ ਰੂਪ ਰੰਗ ਬਦਲ ਗਿਆ, ਕੜੇ ਦਾ ਵੀ ਬਦਲ ਗਿਆ ਤੇ ਸਾਡਾ ਹੁਲੀਆ ਵੀ ਬਦਲ ਗਿਆ। ਤੇ ਜਿਹੜਾ ਹੋਲਾ ਮਹੱਲਾ ਜਿਸ ਕਰਕੇ ਮਹਾਰਾਜ ਨੇ ਬਖਸ਼ਿਆ ਸੀ ਫਿਰ ਉਹ ਚੜ੍ਹਦੀ ਕਲਾਂ ਕਿੱਥੇ ਰਹਿਣੀ ਸੀ। ਅੱਜ ਵੀ ਜਦੋਂ ਨਿਹੰਗ ਜਥੇਬੰਦੀਆਂ ਨੂੰ ਘੋੜ ਸਵਾਰੀਆਂ ਕਰਦਿਆਂ ਵੇਖਿਆ, ਸ਼ਸਤਰ ਅਭਿਆਸ ਕਰਦਿਆਂ ਵੇਖਿਆ, ਸ਼ਸਤਰਾਂ ਦੇ ਨਾਲ ਪਿਆਰ ਕਰਦਿਆਂ ਵੇਖਿਆ ਤੇ ਫਿਰ ਮਨ ਖੁਸ਼ ਹੁੰਦਾ ਵੀ ਨਹੀਂ ਗੁਰੂ ਸਾਹਿਬ ਨੇ ਜਿਹੜਾ ਹੋਲਾ ਮਹੱਲਾ ਚੜ੍ਹਦੀ ਕਲਾਂ ਵਾਲਾ ਬਖਸ਼ਿਆ ਸੀ ਅੱਜ ਵੀ ਉਹ ਰੰਗਤ ਵੇਖਣ ਨੂੰ ਮਿਲਦੀ ਹੈ। ਪਰ ਜਦੋਂ ਅਸੀਂ ਸੰਸਾਰ ਵਾਲੇ ਪਾਸੇ ਵੇਖਦੇ ਹਾਂ ਕੇਵਲ ਆਪਾਂ ਬਨਾਵਟੀ ਸਿੱਖ ਹੀ ਬਣ ਕੇ ਰਹਿ ਗਏ ਹਾਂ। ਕਿਉਂਕਿ ਅੱਜ ਕਿਉਂ ਸਾਡੇ ਚਿੰਨ੍ਹ ਤੇ ਸਵਾਲ ਪੈਦਾ ਹੁੰਦੇ ਆ, ਅੱਜ ਕਿਉਂ ਸਾਡੇ ਜਿਹੜੀਆਂ ਦਸਤਾਰ ਤੇ ਸਵਾਲ ਪੈਦਾ ਹੁੰਦੇ ਆ, ਸਾਡੇ ਨਿਸ਼ਾਨ ਤੇ ਸਵਾਲ ਪੈਦਾ ਹੁੰਦੇ ਆ, ਸਾਡੇ ਕਕਾਰ ਤੇ ਸਵਾਲ ਕਿਉਂ ਪੈਦਾ ਹੁੰਦੇ ਆ? ਕਿਉਂਕਿ ਅਸੀਂ ਇਹਦੇ ਵਿੱਚ ਕਮਜ਼ੋਰ ਹੋ ਚੁੱਕੇ ਹਾਂ। ਅਸੀਂ ਆਪਣੀ ਪਹਿਚਾਣ ਆਪ ਦੱਸਣ ਜੋਗੇ ਨਹੀਂ ਰਹਿ ਗਏ। ਜਦੋਂ ਸਾਨੂੰ ਆਪਣੀ ਆਪ ਪਹਿਚਾਣ ਹੀ ਨਹੀਂ ਹੋਏਗੀ ਅਸੀਂ ਦੂਜਿਆਂ ਨੂੰ ਕੀ ਦੱਸਾਂਗੇ? ਇਸ ਲਈ ਦੂਜਿਆਂ ਨੂੰ ਦੱਸਣ ਲਈ ਪਹਿਲਾਂ ਆਪਣੀ ਪਹਿਚਾਣ ਆਪ ਬਣਾਉਣੀ ਪੈਣੀ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਨੂੰ ਬਾਣੀ ਔਰ ਬਾਣੀ ਦੇ ਰੰਗ ਵਿੱਚ ਰੰਗ ਕੇ ਆ ਜਿੰਨੀ ਵੱਡੀ ਬਖਸ਼ਿਸ਼ ਦਿੱਤੀ ਆ ਨਾ, ਸੱਚ ਜਾਣਿਓ ਇਹਦੇ ਨਾਲ ਜੀਵਨ ਢਹਿੰਦੀ ਕਲਾ ਨਹੀਂ ਚੜ੍ਹਦੀ ਕਲਾਂ ਦੇ ਵਿੱਚ ਰਹਿੰਦਾ ਹੈ। ਜਿਸ ਦਿਨ ਵੱਡਾ ਘੱਲੂਘਾਰਾ ਹੋਇਆ ਸੀ ਨਾ 35,000 ਤੋਂ 40,000 ਦੇ ਕਰੀਬ ਜਦੋਂ ਕਤਲੇਆਮ ਹੋਇਆ ਤੇ ਅਬਦਾਲੀ ਇਹੀ ਸੋਚਦਾ ਸੀ ਕਿ ਇਹ ਜਿਹੜੀ ਕੌਮ ਹੈ ਨਾ ਇਹ ਕਈ ਪੀੜ੍ਹੀਆਂ ਤੱਕ ਉੱਠਣ ਵਾਲੀ ਨਹੀਂ। ਕਿਉਂਕਿ ਇਸ ਤੋਂ ਪਹਿਲਾਂ ਪਾਣੀਪਤ ਦੀ ਜਿਹੜੀ ਲੜਾਈ ਮਰਹੱਟਿਆਂ ਦੇ ਨਾਲ ਹੋਈ ਤੇ ਉਹਨੇ ਆਖਿਆ ਮੈਂ ਮਰਹੱਟਿਆਂ ਨੂੰ ਇੰਨੀ ਮਾਰ ਦਿੱਤੀ ਆ ਵੀ 2 ਪੀੜ੍ਹੀਆਂ ਤੱਕ ਇਹ ਦੁਬਾਰਾ ਨਹੀਂ ਉੱਠ ਸਕਦੇ। ਪਰ ਜਦੋਂ ਕਹਿੰਦੇ ਨੇ ਵੱਡਾ ਘੱਲੂਘਾਰਾ ਵਰਤਿਆ ਇਹਨੇ ਆਖਿਆ ਇਹ ਸਿੱਖ ਕੌਮ ਜਿਹੜੀ ਹੈ ਇਹ ਦੁਬਾਰਾ ਤਾਂ ਕਿ ਕਈ ਪੀੜ੍ਹੀਆਂ ਤੱਕ ਉੱਠਣ ਜੋਗੀ ਨਹੀਂ ਛੱਡੀ। ਪਰ ਉਦੋਂ ਹੀ ਪਤਾ ਲੱਗਾ ਜਦੋਂ 3 ਮਹੀਨਿਆਂ ਬਾਅਦ ਫਿਰ ਗੁਰੂ ਕੇ ਸਿੱਖਾਂ ਨੇ ਚੜ੍ਹਦੀ ਕਲਾਂ ਦਾ ਜਕਾਰਾ ਛੱਡ ਕੇ ਤੇ ਦੱਸਿਆ ਅਬਦਾਲੀ ਹਜੇ ਗੁਰੂ ਕਾ ਖਾਲਸਾ ਮਿਟਿਆ ਨਹੀਂ, ਕਿਉਂਕਿ ਗੁਰੂ ਕਾ ਖਾਲਸਾ ਸਦਾ ਚੜ੍ਹਦੀ ਕਲਾਂ ਵਿੱਚ ਰਹਿੰਦਾ ਹੈ। ਉਹ ਕਈ ਪੀੜ੍ਹੀਆਂ ਕਹਿੰਦਾ ਸੀ ਪਰ 3 ਮਹੀਨਿਆਂ ਬਾਅਦ ਹੀ ਗੁਰੂ ਕੇ ਸਿੱਖਾਂ ਨੇ ਫਿਰ ਜਥੇਬੰਦੀ ਬਣਾ ਕੇ ਤੇ ਇਹਨੂੰ ਦਿਖਾ ਦਿੱਤਾ। ਕਿਉਂ? ਕਿਉਂਕਿ ਉਹ ਬਾਣੀ ਤੇ ਬਾਣੀ ਦੇ ਵਿੱਚ ਪੱਕੇ ਸਨ। ਉਹਨਾਂ ਦਾ ਨਿਤਨੇਮ ਅੰਦਰੋਂ ਰੰਗਤ ਸੀ, ਉਹਨਾਂ ਦੀ ਨਾਮ ਦੀ ਰੰਗਤ ਵਿੱਚ ਰੰਗੇ ਹੋਏ ਤੇ ਬਾਣੀ ਨਾਲ ਪਿਆਰ ਕਰਨ ਵਾਲੇ ਸੀ। ਅਸੀਂ ਤੇ ਖੰਡੇ ਦੀ ਪੌਲ ਨੂੰ ਵੀ ਮਜ਼ਾਕ ਵਿੱਚ ਬਦਲ ਲਿਆ, ਅਸੀਂ ਕਕਾਰ ਵੀ ਮਜ਼ਾਕ ਸਮਝ ਲਏ। ਇਹਨੂੰ ਮਜ਼ਾਕ ਨਹੀਂ, ਖੰਡੇ ਦੀ ਪੌਲ ਨੂੰ ਅੰਮ੍ਰਿਤ ਸਮਝ ਕੇ ਪੀਓ ਔਰ ਇਹਨਾਂ 5 ਕਕਾਰਾਂ ਦੇ ਨਾਲ ਪਿਆਰ ਕਰੋ। ਬੜੀ ਵਾਰ ਜ਼ਿਕਰ ਕੀਤਾ ਕਿ ਭਾਈ ਤਾਰੂ ਸਿੰਘ ਨੂੰ ਪੁੱਛੋ ਕੇਸ ਕੀ ਹੁੰਦੇ ਨੇ, ਭਾਈ ਮਨੀ ਸਿੰਘ ਜੀ ਨੂੰ ਪੁੱਛੋ ਕਿ ਹੱਥ ਵਿੱਚ ਪਾਇਆ ਹੋਇਆ ਕੜਾ ਕੀ ਹੁੰਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਨੇ ਜਦੋਂ ਹੋਲਾ ਮਹੱਲਾ ਬਖਸ਼ਿਆ 1700 ਸਨ ਦੇ ਵਿੱਚ ਤੇ ਫਿਰ ਇਸੇ ਤਰ੍ਹਾਂ ਹੀ ਕਹਿੰਦੇ 7 ਦਿਨ ਇਹ ਰੰਗਤ ਜਿਹੜੀ ਸੀ ਇਹ ਬਣਦੀ ਗਈ। 7 ਦਿਨ ਕਹਿੰਦੇ ਇਸੇ ਤਰ੍ਹਾਂ ਸੰਗਤਾਂ ਇਕੱਤਰ ਹੁੰਦੀਆਂ, ਫਿਰ ਭਾਰੀ ਘੋੜ ਸਵਾਰੀ ਜਿਹੜੀ ਸੀ ਉਹ ਕੀਤੀ ਜਾਣੀ, ਗੱਤਕੇ ਜਿਹੜੇ ਆ ਉਹਦੇ ਰੂਪ ਵਿੱਚ ਖੇਡਾਂ ਖੇਡੀਆਂ ਜਾਣੀਆਂ। ਇੱਕ ਵੱਖਰੀ ਜਿਹੀ ਰੰਗਤ ਮਹਾਰਾਜ ਨੇ ਚੜ੍ਹਦੀ ਕਲਾਂ ਵਾਲੀ ਦਿੱਤੀ ਜੋ ਹਰ ਸਾਲ ਜਦੋਂ ਹੋਲੀ ਆਉਂਦੀ ਹੈ ਉਸ ਤੋਂ ਅਗਲੇ ਦਿਨ ਹੋਲਾ ਮਹੱਲੇ ਦੇ ਰੂਪ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹ ਚੜ੍ਹਦੀ ਕਲਾਂ ਦਾ ਜੋ ਪ੍ਰਤੀਕ ਮਹਾਰਾਜ ਨੇ ਸਾਨੂੰ ਦਿੱਤਾ ਅਸੀਂ ਉਸ ਰੰਗ ਵਿੱਚ ਰੰਗੇ ਹੋਏ ਦੁਨੀਆ ਨੂੰ ਦਿਖਾਉਂਦੇ ਹਾਂ ਕਿ ਗੁਰੂ ਸਾਹਿਬ ਨੇ ਸਾਨੂੰ ਕਿੰਨਾ ਚੜ੍ਹਦੀ ਕਲਾਂ ਵਾਲਾ ਜੀਵਨ ਦਿੱਤਾ ਹੈ। ਪਰ ਇਹ ਚੜ੍ਹਦੀ ਕਲਾਂ ਬਣਨੀ ਕਿਵੇਂ ਆ? ਅੰਦਰੋਂ ਪਹਿਲਾਂ ਨਾਮ ਦੀ ਹੋਲੀ ਖੇਡਾਂਗੇ ਫਿਰ ਹੋਲਾ ਮਹੱਲਾ ਖੇਡਣਾ ਆਉਣਾ ਹੈ। ਜੇ ਸਾਨੂੰ ਨਾਮ ਦੀ ਹੋਲੀ ਖੇਡਣੀ ਨਹੀਂ ਨਾ ਆਈ ਫਿਰ ਅਸੀਂ ਬਾਹਰ ਦਾ ਹੋਲਾ ਮਹੱਲਾ ਨਹੀਂ ਜੇ ਖੇਡ ਸਕਾਂਗੇ। ਇੱਕ ਤਾਂ ਬੁਰਾਈਆਂ ਖਤਮ ਹੋਣਗੀਆਂ, ਨਸ਼ੇ ਤੋਂ ਬਚਾਅ ਹੋਏਗਾ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਨੌਜਵਾਨ ਇਹ ਲੜ ਖੜਾਏਗੀ ਨਹੀਂ, ਗੁੰਮਰਾਹ ਨਹੀਂ ਹੋਏਗੀ। ਇਸ ਲਈ ਯਤਨ ਕਰੀਏ ਆਪਣੇ ਤਲ ਦੇ ਉੱਤੇ ਕਿ ਅਸੀਂ ਇਸ ਤਰ੍ਹਾਂ ਦਾ ਸਿਸਟਮ ਬਣਾਈਏ ਕਿ ਸਾਡੇ ਧੀਆਂ ਪੁੱਤਰ ਗੁਰੂ ਘਰ ਦੇ ਵਿੱਚ ਆ ਕੇ ਨਾਮ ਰੰਗ ਵਿੱਚ ਵੀ ਰੰਗਣ ਔਰ ਜਿੱਥੇ ਕਿਤੇ ਵੀ ਹੋਵੇ ਆਪਾਂ ਗੱਤਕਾ ਇਹਦੀ ਸਿਖਲਾਈ ਇਹ ਜੋਰਾਂ ਤੇ ਕਰੀਏ ਤਾਂ ਕਿ ਸਾਡੇ ਧੀਆਂ ਪੁੱਤਰ ਗੱਤਕੇ ਦੀ ਖੇਡ ਜਿਹੜੀ ਆ ਇਹ ਵੀ ਸਿੱਖਣ। ਇਹ ਜਿਹੜਾ ਮਾਰਸ਼ਲ ਆਰਟ ਇਹ ਵੀ ਗੁਣ ਹਰ ਇੱਕ ਦੇ ਅੰਦਰ ਹੋਣਾ ਚਾਹੀਦਾ ਹੈ। ਸਤਿਗੁਰੂ ਜੀ ਕਹਿੰਦੇ ਆ ਪਹਿਲਾਂ ਕੀ ਕਰ, ਅੱਜ ਦੇ ਸਮੇਂ 'ਚ ਆਪਾਂ ਜੇ ਸਿੱਖਣਾ ਹੋਵੇ ਤੇ ਪਹਿਲਾ ਕਦਮ ਕਿਸ ਪਾਸੇ ਵਧਾਈਏ? ਮਹਾਰਾਜ ਕਹਿੰਦੇ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾਂ ਕੇ ਪਾਸ ਧੂੜ ਤਿਨਾਂ ਕੀ ਜੇ ਮਿਲੇ ਜੀ ਕਹੋ ਨਾਨਕ ਕੀ ਅਰਦਾਸ। ਧੂੜ ਦਾ ਅਰਥ ਹੈ ਅਸੰਗਤ। ਕਹਿੰਦੇ ਸੰਗਤ ਦੇ ਵਿੱਚ ਆ ਕੇ ਤੂੰ ਨਾਮ ਦੀ ਰੰਗਤ ਜਿਹੜੀ ਆ ਉਹ ਅੰਦਰ ਲੈ ਤੇ ਧਿਆਨ ਰੱਖਿਓ ਅਗਾਂ ਵਿਸਾਖੀ ਦਾ ਪੁਰਬ ਵੀ ਆਉਣਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹਦੀ ਸ਼ੁਰੂਆਤ ਕੀਤੀ ਸੀ। ਸਾਹਿਬ ਨੇ ਆਖਿਆ ਸੀ ਜੇ ਅੰਦਰ ਦੀ ਰੰਗਤ ਲੈਣੀ ਆ ਨਾ, ਕਿਉਂਕਿ ਇਹ ਰੰਗਤ ਤਾਂ ਆਉਣੀ ਆ ਜੇ ਵਿਤਕਰੇ ਖਤਮ ਹੋਣਗੇ। ਤੇ ਸਾਨੂੰ ਸਵੇਰ ਦੇ ਦੀਵਾਨਾਂ ਵਿੱਚ ਜ਼ਿਕਰ ਕੀਤਾ ਸੀ ਕਿ ਸਾਨੂੰ ਵੰਡ ਕੇ ਰੱਖ ਦਿੱਤਾ ਵੀ ਖੱਤਰੀ ਤੇ ਬ੍ਰਾਹਮਣ ਇਹ ਜਿਹੜੀ ਹੋਲੀ ਖੇਡਣਗੇ ਇਹ ਖੇਡਣਗੇ ਗੁਲਾਲ ਦੀ।
ਇਹ ਖੇਡਣਗੇ ਇੱਤਰ ਦੀ ਹੋਲੀ, ਪਰ ਜਿਹੜਾ ਸ਼ੂਦਰ ਤੇ ਵੈਸ਼ ਹੈ ਇਹ ਖੇਡੇਗਾ ਚਿੱਕੜ ਦੀ ਹੋਲੀ। ਇਹ ਵੰਡ ਕੇ ਰੱਖ ਦਿੱਤਾ ਉਹਨਾਂ ਨੇ। ਪਰ ਮਹਾਰਾਜ ਕਹਿੰਦੇ ਨਹੀਂ, ਜਿਹੜੀ ਹੋਲੀ ਕਿੰਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਇੱਥੇ ਜਾਤਾਂ 'ਚ ਨਹੀਂ ਵੰਡਿਆ ਜਾਏਗਾ ਤੁਹਾਨੂੰ, ਇੱਥੇ ਤੁਹਾਡੇ ਵਿਤਕਰੇ ਨਹੀਂ ਪੈਦਾ ਕੀਤੇ ਜਾਣਗੇ ਊਚ ਨੀਚਤਾ ਦੇ। ਇਸ ਲਈ ਪਹਿਲੇ ਪੰਗਤ ਪਾਛੈ ਸੰਗਤ। ਜਦੋਂ ਸੰਗਤ ਵਿੱਚ ਆਓਗੇ ਫਿਰ ਤੁਹਾਡੇ ਅੰਦਰ ਨਾਮ ਦੀ ਰੰਗਤ ਲੱਗਣੀ ਆ। ਜਦੋਂ ਨਾਮ ਦਾ ਰੰਗ ਚੜੇਗਾ ਫਿਰ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ। ਸੂਰਾ ਦਾ ਅਰਥ ਹੁੰਦਾ ਸੂਰਮਾ। ਕਹਿੰਦੇ ਨੇ ਉਹ ਅਸਲ ਵਿੱਚ ਮਹਾਨ ਯੋਧਾ ਤੇ ਮਹਾਨ ਸੂਰਮਾ ਹੈ ਜਿਹਦੇ ਅੰਦਰ ਨਾਮ ਦਾ ਰੰਗ ਲੱਗ ਗਿਆ। ਕਿਉਂਕਿ ਦੁਸ਼ਮਣ ਬਾਹਰ ਨਹੀਂ, ਦੁਸ਼ਮਣ ਅੰਦਰ ਵੀ ਬੈਠਾ ਹੈ। ਅਸੀਂ ਨਿਤ ਹੱਲਾ ਬੋਲਣਾ ਹੈ। ਹੱਲਾ ਕਿੱਥੇ ਬੋਲਣਾ ਹੈ? ਆਪਣੇ ਮਨ ਤੇ ਹੱਲਾ ਬੋਲਣਾ ਹੈ। ਕਿਹਦੇ ਰਾਹੀਂ ਬੋਲਣਾ ਹੈ? ਗੁਰਬਾਣੀ ਦੇ, ਕਿਉਂਕਿ ਸ਼ਸਤਰ ਵੀ ਹੈ ਤੇ ਸ਼ਾਸਤਰ ਵੀ ਹੈ। ਅਸੀਂ ਸ਼ਸਤਰ ਨਾਲ ਵੀ ਜੁੜਨਾ ਤੇ ਸ਼ਾਸਤਰ ਨਾਲ ਵੀ ਜੁੜਨਾ। ਕਹਿੰਦੇ ਨੇ ਗੁਰਬਾਣੀ ਦੇ ਤੀਰ, ਤੂੰ ਅੰਦਰ ਹੱਲਾ ਬੋਲ ਤੇ ਗੁਰਬਾਣੀ ਦੇ ਤੀਰ ਨਾਲ ਨਿਸ਼ਾਨਾ ਮਾਰ, ਤਾਂ ਕਿ ਕਾਮ ਤੇ ਕ੍ਰੋਧ ਲੋਭ ਮੋਹ ਅਹੰਕਾਰ ਇਹ ਤੇਰੇ ਅੰਦਰੋਂ ਦੀ ਵਿੰਨੇ ਜਾਣ। ਤੇ ਜਿਸ ਦਿਨ ਤੂੰ ਹੱਲਾ ਬੋਲ ਕੇ ਹਮਲਾ ਕਰਕੇ ਤੂੰ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰ ਦੇਂਗਾ, ਸੱਚ ਜਾਣੀ ਉਸ ਦਿਨ ਤੂੰ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਜਾਏਗਾ। ਅਸੀਂ ਬਾਹਰੋਂ ਵੀ ਹੱਲੇ ਬੋਲਣੇ ਆ, ਅਸੀਂ ਅੰਦਰੋਂ ਵੀ ਆਪਣੇ ਅੰਦਰ ਹੱਲਾ ਬੋਲਣਾ ਹੈ। ਪਰ ਉਹ ਕਿਵੇਂ? ਆ ਗੁਰਬਾਣੀ ਦੇ ਰਾਹੀਂ। ਗੁਰਬਾਣੀ ਉਹ ਰੰਗ ਹੈ ਮਹਾਰਾਜ ਨੇ ਦਿੱਤਾ ਜਿਹੜੇ ਸਾਡੇ ਅੰਦਰ ਦੇ ਵਿਕਾਰਾਂ ਦੇ ਰੰਗ ਨੂੰ ਉਤਾਰਨ ਵਾਲੀ ਹੈ। ਬਾਬਾ ਨਾਮਦੇਵ ਜੀ ਕਹਿੰਦੇ ਆ, ਕਹਿੰਦੇ ਮੈਂ ਤੇ ਕੱਪੜੇ ਰੰਗਦਾ ਸੀ ਬਾਹਰੋਂ, ਪਰ ਇਹ ਨਹੀਂ ਸੀ ਪਤਾ ਇੱਕ ਦਿਨ ਮਨ ਵੀ ਅੰਦਰ ਰੰਗਿਆ ਜਾਣਾ ਹੈ। ਰੰਗਨ ਰੰਗੋਂ ਮੈਂ ਤੇ ਅੰਦਰੋਂ ਰੰਗਿਆ ਗਿਆ, ਐਸਾ ਰੰਗਿਆ ਗਿਆ ਕਿ ਮੇਰੀ ਸੁਰਤ ਹੁਣ ਕਿਸੇ ਹੋਰ ਥਾਂ ਪਾਸੇ ਜਾਂਦੀ ਹੋਈ ਕੋਈ ਨਹੀਂ ਹੈ। ਅਸੀਂ ਵੀ ਅਰਦਾਸ ਕਰੀਏ ਮਾਲਕ ਦੇ ਚਰਨਾਂ ਵਿੱਚ ਕਿ ਗੁਰੂ ਪਾਤਸ਼ਾਹ ਸਾਨੂੰ ਬਾਣੀ ਔਰ ਬਾਣੀ ਦੇ ਰੰਗ ਦੇ ਵਿੱਚ ਰੰਗ ਦਿਓ, ਸਾਨੂੰ ਚੜ੍ਹਦੀ ਕਲਾਂ ਦੇ ਵਿੱਚ ਰਹਿਣ ਦੀ ਜਾਚ ਆ ਜਾਏ। ਆ ਜਿਹੜੀਆਂ ਖੇਡਾਂ ਸਾਨੂੰ ਮਾਇਆਵੀ ਰੰਗਾਂ ਦੇ ਵਿੱਚ ਰੰਗ ਕੇ ਦੇ ਦਿੱਤੀਆਂ, ਇਹਨੇ ਸਾਨੂੰ ਕਮਜ਼ੋਰ ਕਰ ਦਿੱਤਾ ਹੈ। ਬਾਹਰ ਦੀਆਂ ਕਿੰਨੀਆਂ ਐਸੀਆਂ ਖੇਡਾਂ ਸੀ, ਜਿੰਨੇ ਤੁਸੀਂ ਬਜ਼ੁਰਗ ਬੈਠੇ ਹੋ, ਤੁਹਾਨੂੰ ਪਤਾ ਹੈ ਪੁਰਾਤਨ ਕਿੰਨੀਆਂ ਗੇਮਾਂ ਸੀ ਜਿਹੜੀਆਂ ਅੱਜ ਅਲੋਪ ਹੀ ਹੋ ਗਈਆਂ। ਬੱਚਿਆਂ ਨੂੰ ਜੇ ਦੱਸਿਆ ਜਾਏ ਨਾ ਵੀ ਆ ਵੀ ਖੇਡ ਹੁੰਦੀ ਸੀ, ਆ ਵੀ ਖੇਡ ਹੁੰਦੀ ਸੀ, ਤੇ ਬੱਚੇ ਵੀ ਸੁਣ ਕੇ ਹੈਰਾਨ ਹੋ ਜਾਂਦੇ ਆ ਵੀ ਇਹ ਵੀ ਖੇਡਾਂ ਸਮਾਜ ਵਿੱਚ ਖੇਡੀਆਂ ਜਾਂਦੀਆਂ ਸੀ, ਕਿਉਂਕਿ ਅਲੋਪ ਹੋ ਗਈਆਂ। ਤੇ ਜਿਹੋ ਜਿਹੀਆਂ ਗੇਮਾਂ ਅੱਜ ਮੋਬਾਈਲ ਤੇ ਖੇਡਣ ਨੂੰ ਮਿਲਦੀਆਂ, ਜਿਹੜੀਆਂ ਹੋਰ ਥੋੜੀ ਬਹੁਤ ਗੇਮਾਂ ਨੇ, ਆਉਣ ਵਾਲੇ ਸਮੇਂ ਵਿੱਚ ਇਹ ਵੀ ਅਲੋਪ ਹੋ ਜਾਣਗੀਆਂ। ਕੇਵਲ ਸਾਡੇ ਕੋਲ ਕਮਜ਼ੋਰੀ ਤੋਂ ਸਿਵਾ ਕੁਝ ਨਹੀਂ ਰਹਿ ਜਾਏਗਾ। ਮਹਾਰਾਜ ਨੇ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਦੇ ਕੇ, ਜਾਂ ਇਦਾਂ ਵੀ ਕਹਿ ਲਵਾਂ ਕਿ ਹੋਲੇ ਮਹੱਲੇ ਦਾ ਮਤਲਬ ਸੀ 1.25 ਲੱਖ ਸੇ ਏਕ ਲੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਮਹਾਰਾਜ ਕਹਿੰਦੇ ਇੰਨੀ ਕੁ ਅੰਦਰ ਪਾਵਰ ਭਰ ਦੇਣੀ ਆ ਕਿ ਤੂੰ ਇੱਕ ਜਣਾ ਕਈਆਂ ਦੇ ਨਾਲ ਜੂਝ ਜਾਏਗਾ। ਇੱਕ ਹੋਰ ਗੱਲ ਸਮਝ ਕੇ ਚੱਲਣਾ, ਜਿੰਨਾ ਚਿਰ ਅਗਲਾ ਜਥਾ ਗੁਰਬਾਣੀ ਕੀਰਤਨ ਨਾਲ ਜੁੜਨ ਵਾਸਤੇ ਨਹੀਂ ਪਹੁੰਚਦਾ, ਸਮਾਂ ਭਾਵੇਂ ਉੱਪਰ ਹੋ ਗਿਆ। ਗੁਰੂ ਸਾਹਿਬ ਮਹਾਰਾਜ ਸਤਿਗੁਰੂ ਮਹਾਰਾਜ ਨੇ ਨਾ ਬਾਣੀ ਦੀ ਪਾਵਰ ਦਿੱਤੀ ਹੈ। ਇਹ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਖੰਡੇ ਦੀ ਪੌਲ ਤਿਆਰ ਕੀਤੀ ਮਹਾਰਾਜ ਨੇ, ਉਹ ਇਕੱਲੇ ਪਾਣੀ ਦੀ ਨਹੀਂ, ਉਹ ਬਾਣੀ ਦੀ ਹੈ। ਤੇ ਇੱਥੋਂ ਥੋੜਾ ਅੰਦਾਜ਼ਾ ਕਈ ਰਹਿ ਕਹਿੰਦੇ ਆ ਜੀ ਬਾਣੀ ਵਿੱਚ ਕੀ ਹੈ, ਗੁਰਬਾਣੀ ਵਿੱਚ ਕੀ ਰੱਖਿਆ ਹੈ। ਇੱਕ ਗੱਲ ਥੋੜੀ ਸਮਝ ਕੇ ਚੱਲਿਓ, ਬਾਣੀ ਵਿੱਚ ਬੜੀ ਪਾਵਰ ਹੈ। ਇੰਨੀ ਪਾਵਰ ਹੈ ਕਿ ਸਾਡੇ ਕੋਲੋਂ ਸੰਭਾਲੀ ਨਹੀਂ ਜਾਣੀ। ਦੋ ਗੱਲਾਂ ਇੱਥੇ ਕਲੀਅਰ ਹੋਣੀਆਂ ਕਿ ਅਸੀਂ ਬਾਣਾ ਕਿਉਂ ਤਨ ਤੇ ਪਾਉਂਦੇ ਹਾਂ। ਕਈ ਕਹਿੰਦੇ ਆ ਜੀ ਤੁਸੀਂ ਬਾਣੀ ਕਿਉਂ ਪੜ੍ਹਦੇ ਹੋ ਤੇ ਆ ਤਨ ਉੱਤੇ 5 ਕਕਾਰਾਂ ਵਾਲਾ ਬਾਣਾ ਕਿਉਂ ਪਾ ਕੇ ਰੱਖਦੇ ਹੋ। ਹੁਣ ਇੱਥੇ ਸਮਝ ਕੇ ਚੱਲਣਾ, ਬਾਣੀ ਵਿੱਚ ਇੰਨੀ ਪਾਵਰ ਹੈ ਕਿ ਇਹ ਸਾਡੇ ਜਨਮਾਂ ਦੀ ਮੱਲ ਨੂੰ ਧੋ ਸਕਦੀ ਹੈ। ਗੁਰਬਾਣੀ ਵਿੱਚ ਇੰਨੀ ਪਾਵਰ ਹੈ ਕਿ ਇਹ ਭਿਆਨਕ ਤੋਂ ਭਿਆਨਕ ਅੰਦਰ ਦੇ ਰੋਗ ਨੂੰ ਕੱਟ ਸਕਦੀ ਹੈ। ਸਭ ਤੋਂ ਭਿਆਨਕ ਰੋਗ ਹਉਮੈ ਦੀਰਘ ਰੋਗ ਹੈ। ਇਹ ਸਭ ਤੋਂ ਭਿਆਨਕ ਰੋਗ ਨੂੰ ਕੱਟ ਸਕਦੀ ਹੈ, ਸਾਡੇ ਜਨਮਾਂ ਦੇ ਦੁੱਖ ਨੂੰ ਕੱਟ ਸਕਦੀ ਹੈ। ਇਹ ਗੁਰਬਾਣੀ ਵਿੱਚ ਇੰਨੀ ਪਾਵਰ ਹੈ ਕਿ ਜਿੰਨੇ ਜਤੀ ਤਪੀ ਬ੍ਰਹਮਚਾਰੀ ਬੈਰਾਗੀ ਸੰਨਿਆਸੀ ਇਹ ਇਕੱਠੇ ਹੋਏ ਆ ਨਾ, ਇਹ ਆਪਣੇ ਮਨ ਨੂੰ ਨਹੀਂ ਜਿੱਤ ਸਕਦੇ, ਪਰ ਗੁਰਬਾਣੀ ਵਿੱਚ ਇੰਨੀ ਪਾਵਰ ਹੈ, ਮਨ ਜੀਤਾ ਹੈ ਜਗ ਜੀਤ। ਮਹਾਰਾਜ ਕਹਿੰਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਨੂੰ ਮਾਰਿਆ ਹੀ ਨਹੀਂ ਜਾ ਸਕਦਾ। ਬੜੇ ਬੜੇ ਜੋਗੀ ਹਾਰ ਗਏ, बड़े बड़े तपस्वी तप करके हार गए, बड़े बड़े ब्रह्मचारी भी इत्थे फेल हो गए। मारे कहते बाणी विच इन्नी पावर है कि तेरे अंदर दे इन्हां विकारां नूं दुश्मनां नूं भी मात पा सकदी है। पर इस बाणी नूं कंट्रोल करने वास्ते तैनूं बाणा दिता है। बाणा की है? जिवें फसल तैयार हो जाए ना, पक के रस नाल भर जाए तो फिर उत्थे वाड़ की जाती है। क्यों? ताकि ये फसल कायम रहे, ये बाणी अंदर वसी रहे, ये कंट्रोल विच बंदा सहज विच रहे, बजा संजम दे विच रहे, इनू पावर नूं काबू विच रखण वास्ते फिर महाराज ने सानूं 5 ककारां दी वर्दी दित्ती है। सब कहंदे तू खंडे दी पौल लै, 5 ककारां दा धारनी बन, फिर तैनूं ये पावर जिहड़ी है कंट्रोल करनी आ जाएगी। क्यों? क्योंकि किन्नी पावर सी कि गुरु गोबिंद सिंह महाराज इन्नी पावर तुसीं बाणी ते बाणी दे विच भर दित्ती कि गुरु का सिंह कल्ला ही निकलदा है ते कहंदा महाराज एक हाथी नहीं, मैं ते कई हाथियां दे रुख मोड़ सकदा। इन्नी को पावर तुसीं मैनूं गुरबाणी दी ते खंडे दी पौल दे के बख्श दित्ती है वे एक हाथी तो नहीं, मैं कई हाथी भी आ जाना तां उन्हां दा रुख भी मैं मोड़ के दिखा सकदा। सतगुरु गुरु गोबिंद सिंह महाराज ने जिहड़ा सानूं ये दिन बख्शिया है होले महल्ले दा, ये केवल एक दिन नहीं है, ये तां सिੱਖਣ वास्ते है, ये तो सिखलाई लैण वास्ते है भी इत्थों आपां सिੱਖਣਾ है ते सिੱਖ के इहनूं कमाउणा है। फिर बेनती करां, होले महल्ले दा मतलब आप भी तुसीं शस्त्रधारी होवो ते अपने परिवार ते बच्चिआं नूं भी शस्त्रधारी बनाओ। होले महल्ले दा मतलब है कि असीं गतका जिहड़ा ਉਹ शस्त्र अभ्यास अपने बच्चिआं नूं जरूर करवाइए, ਜਾਂ जिन्ने धर्म के अस्थान ने उन्हां दे उपर एक ऐसा प्रबंध, एक ऐसा सिस्टम जिहड़ा ਉਹ बन जाए कि असीं अपने छोटे बच्चे और नौजवान जिहड़े अज फैशन दे विच गलतान हुंदे चले जा रहे हैं, अज इस बाणी तो नफरत करदे आ। सतगुरु किरपा करन सानूं इस बाणी तो नफरत नहीं, बाणी दे नाल प्यार बन आवे। सतगुरु पातशाह जी ने जो ये चढ़दी कलां वाली दात दित्ती है, अरदास करो कि महाराज जी सानूं उन्हां दी धूड़ रंग रतड़ियां रूहां दी धूड़ दे दिओ, जिनके चोले रतड़े प्यारे कंत तिन्हां के पास, धूड़ तिन्हां की जे मिले जी कहो नानक की अरदास, ताकि अंदरों भी रंगे जाइए ते बाहरों भी असीं नाम रंग दे विच रंगे जाइए। ऐसी कृपा करो अंतरजामी पुरख विदाते, शरदा मन की पूरे, नानक दास यह सुख मंगै, मोको कर संतन की धूरे रल के पढ़िए, ताकि सानूं भी गुरमुखां ते रंग रतड़ियां रूहां दी संगत मिलदी रहे। कर संतन की धूरे मोको कर संतन की धूरे, कर संतन की धूरे, कर संतन की धूरे, कर संतन की धूरे मोको कर संतन की धूरे, कर संतन की धूरे मोको कर संतन की धूरे। अंतर्जामी पुरख विदाते, अंतर्जामी पुरख विदाते, अंतर्जामी पुरख विदाते, अंतर्जामी पुरख विदाते। शरदा मन की पूरे, शरदा मन की पूरे, शरदा मन की पूरे,
ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ ਮੰਗੈ। ਨਾਨਕ ਦਾਸ ਇਹ ਸੁਖ ਮੰਗੈ, ਨਾਨਕ ਦਾਸ ਇਹ ਸੁਖ ਮੰਗੈ। ਕਰ ਸੰਤਨ ਕੀ ਤੂਰੇ, ਮੋਕੋ ਕਰ ਸੰਤਨ ਕੀ ਤੂਰੇ, ਕਰ ਸੰਤਨ ਕੀ ਧੂਰੇ, ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ 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 ਵਾਹਿਗੁਰੂ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਪ ਸਮੁੱਚੀ ਸੰਗਤ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਵੀ ਜੁੜੀਏ, ਹੋਰਾਂ ਨੂੰ ਵੀ ਜੋੜੀਏ, ਖਾਸ ਕਰਕੇ ਸਾਡੇ ਬੱਚੇ ਧੀਆਂ ਪੁੱਤਰ, ਉਹਨਾਂ ਨੂੰ ਨਾਮ ਰੰਗ ਦੇ ਵਿੱਚ ਰੰਗੀਏ, ਬਾਣੀ ਦੇ ਰੰਗ ਵਿੱਚ ਰੰਗੀਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਹੋਲੇ ਮਹੱਲੇ ਦੇ ਪਾਵਨ ਦਿਹਾੜੇ ਤੇ ਆਪ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਆਪ ਜੀ ਨੂੰ ਵਧਾਈਆਂ ਨੇ। ਇਸੇ ਤਰ੍ਹਾਂ ਬੜੇ ਪਿਆਰ ਸਤਿਕਾਰ ਨਾਲ ਜੁੜ ਬੈਠ ਕੇ ਗੁਰਬਾਣੀ ਦੇ ਰੰਗ ਦੇ ਵਿੱਚ ਆਪ ਜੀ ਨੇ ਰੰਗਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।